ਸਤਨਾਮ ਵਾਹਿਗੁਰੂ ਸਾਹਿਬ ਜੀ। ਦੀਨ ਦਰਦ ਦੁਖ ਭੰਜਨਾ, ਕਟ ਕਟ ਨਾਥ ਅਨਾਥ। ਸਰਣ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਮਨ ਰੇ ਛਾਡੋ ਪਰਮ, ਪ੍ਰਗਟ ਹੋਏ ਨਾਚੋ। या माया के डांडे, सूर के सन्मुख रन ते डर पै। सती के सांचे भांडे, डगमग छाड़ रे मन बौरा। अब तो जरै मरै सिद्ध पाइयै, लीनो हाथ सदौरा। काम क्रोध माया के लीने, या बिद जगत बिगूता। कह कबीर राजा राम न छोड़ो, सगली ऊच ते ऊंचा। बेसुमार अथाह गनत तुलै, जो बुलावो त्यों नानक दास बोले। सतनाम वाहिगुरु साहिब जी। कबीर मन शीतल पया, पाया ब्रह्म ज्ञान। जिन ज्वाला जग जारिया, सो जन के उदक समान। कबीर सारी सिरजनहार की, जानै नाहि कोय। कै जानै आपन तनी, कै दास दीवानी होए। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज, पतित पावन भगत वत्सल, कृपा निध सतगुरु श्री गुरु ग्रंथ साहिब जी दीन दयाल पातशाह, जिन्हां दी अपार मिहरामत है, अथाह बख्शिश है सतगुरु साहिब जी दी, जो सानू सब नू अपनी मेहर भरी बख्शिश भरी नदर करके सतगुरु साहिब जी ने अपनी पावन पवित्र हजूरी दे अंदर सतसंगत रूप विच जुड़न दा, गुर चरणां नाल जुड़ के शब्द दी अध्यात्मक साधना करन दा, अपने मनुखा जीवन दे अमोलक अवसर नूं बंदगी दे कर्म नाल सवारन दा अवसर बख्शिश करके नवाजिश कीती है जी। आप जी बड़े सुभागशाली हो, जो गुर चरणां विच गुर चरण शरण हजूरी विच जुड़ बैठ के सतगुरु की मेहरामत दे पात्र बनन दा यतन कर रहे हो जी। सतगुरु की कृपा सदका आप जी भगत सिरमौर भगत कबीर साहिब जी दे लड़ीवार सलोकां दी विचार श्रवण कर रहे हो जी।
ਪਾਵਨ ਬਾਣੀ ਜੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ। ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਲੜੀਵਾਰ ਸਲੋਕਾਂ ਦੇ ਅੰਤਰਗਤ ਇਸ ਤੋਂ ਪਹਿਲੇ ਸਲੋਕ ਦੇ ਵਿੱਚ ਬਖਸ਼ਿਸ਼ ਕੀਤੀ ਸੀ, ਕਬੀਰ ਸੰਤ ਨਾ ਛਾਡੈ ਸੰਤਈ, ਜੋ ਕੋਟਿਕ ਮਿਲਹਿ ਅਸੰਤ। ਜੀਵਨ ਦੇ ਵਿੱਚ ਜੇ ਇੱਕ ਜ਼ਹਿਰ ਨਾਲ ਗ੍ਰਸਤ ਜੀਵ ਆਪਣੀ ਜ਼ਹਿਰ ਡੰਗ ਮਾਰਨ ਦਾ ਸੁਭਾਅ ਨਹੀਂ ਛੱਡਦਾ, ਤਾਂ ਫਿਰ ਜਿਸ ਜੀਵ ਨੇ ਪ੍ਰਭੂ ਦੇ ਉਚੇਰੇ ਗੁਣਾਂ ਨੂੰ ਆਪਣੇ ਜੀਵਨ 'ਚ ਧਾਰਨ ਕਰਕੇ ਉਹਨਾਂ ਗੁਣਾਂ ਦੀ ਬੜੀ ਗਹਿਰੀ ਘਾਲਣਾ ਅਤੇ ਕਮਾਈ ਕੀਤੀ ਹੈ, ਐਸੇ ਰੱਬੀ ਗੁਣਾਂ ਦੇ ਨਾਲ ਭਰਪੂਰ ਜੀਵਨ ਨੂੰ ਭਗਤ ਕਬੀਰ ਸਾਹਿਬ ਜੀ ਨੇ ਸੰਤ ਪਦ ਦੇ ਨਾਲ ਸੰਬੋਧਨ ਕੀਤਾ। ਅਤੇ ਸੰਤ ਦੀ ਜਿਹੜੀ ਸੰਤਤਾਈ ਹੈ, ਜਿਹਦੇ ਵਿੱਚ ਦਇਆ, ਪਰਉਪਕਾਰ, ਖਿਮਾ, ਤਮਾਮ ਜਿਹੜੇ ਰੱਬੀ ਗੁਣ ਸਮਾਏ ਹੁੰਦੇ ਹਨ, ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹਦੇ ਚੰਦਨ ਵਾਂਗ ਹੁੰਦੇ ਨੇ। ਭਾਵੇਂ ਸੰਤ ਨੂੰ ਅਨੇਕਾਂ ਨਿੰਦਕ, ਅਕਿਰਤ ਕਾਣ, ਉਹਦੇ ਪ੍ਰਤੀ ਵਿਰੋਧਾ ਭਾਵ ਰੱਖਣ ਵਾਲੇ ਮਿਲ ਜਾਣ, ਪਰ ਉਹ ਸਾਰਿਆਂ ਨੂੰ ਆਪਣੇ ਉਹਨਾਂ ਗੁਣਾਂ ਦੀ ਮਹਿਕ ਦੇ ਨਾਲ ਨਵਾਜਿਸ਼ ਕਰਕੇ ਅਤੇ ਉਹਨਾਂ ਦੇ ਜੀਵਨ ਨੂੰ ਅੰਮ੍ਰਿਤਮਈ ਬਣਾ ਦਿੰਦਾ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ। ਭਗਤ ਕਬੀਰ ਸਾਹਿਬ ਜੀ ਇੱਕ ਅਵਸਥਾਪੂਰਨ ਗੱਲ ਸਾਡੇ ਸਨਮੁਖ ਰੱਖ ਰਹੇ ਹਨ। ਕਬੀਰ ਮਨ ਸੀਤਲ ਭਇਆ, ਇਹ ਪਹਿਲੀ ਅਵਸਥਾ ਹੈ। ਕਿਸ ਸਦਕਾ ਮਨ ਸੀਤਲ ਹੋਇਆ? ਮਨ ਸੀਤਲ ਦਾ ਭਾਵ ਬੜਾ ਠੰਡਕ, ਬੜਾ ਟਿਕਾ, ਬੜਾ ਇੱਕ ਸਹਿਜ ਸਥਿਤੀ ਦੇ ਵਿੱਚ ਮਨ ਦੀ ਸਾਰੀ ਭਟਕਣ ਆ ਗਈ। ਆਈ ਕਿਸ ਕਾਰਨ ਦੇ ਨਾਲ? ਪਾਇਆ ਬ੍ਰਹਮ ਗਿਆਨ, ਜਦ ਬ੍ਰਹਮ ਗਿਆਨ ਦੀ ਅੰਤਰੀਵ ਸੋਝੀ ਹੋ ਗਈ। ਜਿਨ ਜਵਾਲਾ ਜਗ ਜਾਰਿਆ, ਅਤੇ ਕਹਿੰਦੇ ਜਵਾਲਾਮੁਖੀ ਦੇ ਵਾਂਗ ਜਿਹੜੀ ਮਾਇਆ ਦੀ ਅਗਨ ਨੇ ਸਾਰੇ ਜਗਤ ਨੂੰ ਸਾੜਿਆ ਹੋਇਆ ਹੈ, ਪ੍ਰਭਾਵਿਤ ਕੀਤਾ ਹੋਇਆ ਹੈ, ਸੋ ਜਨ ਕੇ ਉਦਕ ਸਮਾਨ, ਉਹ ਹਰੀ ਜਨਾਂ ਦੇ ਸਮਾਨ ਪਾਣੀ ਵਰਗੀ ਹੋ ਜਾਂਦੀ ਹੈ। ਭਾਵ ਕਿ ਮਾਇਆ ਦਾ ਜਿਸ ਪ੍ਰਭਾਵ ਨੂੰ ਜਗਤ ਅੱਗ ਕਹਿੰਦਾ ਹੈ, ਉਹ ਜਦੋਂ ਭਗਤ ਦੇ ਜਾਂ ਬੰਦਗੀ ਵਾਲੇ ਪੁਰਸ਼ ਦੇ ਸੰਪਰਕ ਵਿੱਚ ਉਹ ਮਾਇਆ ਵਿੱਚ ਆਉਂਦਾ ਹੈ, ਤਾਂ ਉਹਦੀ ਮਾਇਆ ਦੀ ਹਾਲਤ ਅਗਨ ਵਰਗੀ ਨਹੀਂ, ਪਾਣੀ ਵਰਗੀ ਰਹਿ ਜਾਂਦੀ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਸ਼ਬਦ ਨੂੰ, ਪਾਵਨ ਸਲੋਕ ਨੂੰ ਸ਼ਬਦ ਵਿਚਾਰ ਦੇ ਅਨੁਭਵ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ ਜੀ। ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਕਬੀਰ ਮਨ ਸੀਤਲ ਭਇਆ। ਦੁਨੀਆ ਦੇ ਵਿੱਚ ਅੱਜ ਅਧਿਆਤਮ ਦਾ ਬੜਾ ਸਿਲਸਿਲਾ ਜ਼ੋਰਾਂ 'ਤੇ ਹੈ। ਅੱਜ ਨਹੀਂ, ਆਦਿ ਕਾਲ ਤੋਂ ਹੀ ਇਹ ਸਿਲਸਿਲਾ ਜ਼ੋਰਾਂ 'ਤੇ ਹੈ। ਅਧਿਆਤਮ ਦੇ ਸਿਲਸਿਲੇ ਦੇ ਵਿੱਚ ਅੱਜ ਵੀ ਜਿਹੜਾ ਦੇਖਿਆ ਜਾਵੇ, ਕਿਉਂਕਿ ਅਸੀਂ ਤਾਂ ਗੁਰ ਹਜ਼ੂਰੀ 'ਚ ਬੈਠੇ ਹਾਂ, ਜਿਹੜਾ ਇਸ ਤੋਂ ਬਾਹਰ ਅਧਿਆਤਮ ਦਾ, ਸਪਿਰਿਚੁਅਲ ਸਪੀਕਿੰਗ ਦਾ, ਸਪਿਰਿਚੁਅਲ ਪ੍ਰੈਕਟਿਸ ਦਾ ਜਿੰਨਾ ਸਿਲਸਿਲਾ ਚੱਲ ਰਿਹਾ ਹੈ, ਉਹਦੇ ਵਿੱਚ ਮਨੁੱਖ ਨੂੰ ਆਪਣੇ ਆਪ ਨੂੰ ਬੁੱਝਣ ਦੀ ਅਵਸਥਾ 'ਤੇ ਨਹੀਂ ਲਿਜਾਇਆ ਜਾ ਰਿਹਾ। ਉਹਨੂੰ ਘੜੇ ਘੜਾਏ ਡਿਸਕੋਰਸ ਦਿੱਤੇ ਜਾ ਰਹੇ ਹਨ ਕਿ ਉਹਨਾਂ ਡਿਸਕੋਰਸਾਂ ਦੇ ਅਨੁਸਾਰ ਹੀ ਸੋਚੇ, ਉਹਦੇ ਅਨੁਸਾਰ ਹੀ ਮਹਿਸੂਸ ਕਰੇ। ਉਹਦੀ ਸੁਰਤ ਨੂੰ ਉਹ ਬਲ ਨਹੀਂ ਦਿੱਤਾ ਜਾ ਰਿਹਾ ਕਿ ਉਹ ਆਪਣੇ ਜੀਵਨ ਵਿੱਚ ਉਸ ਸਾਰੇ ਭੇਦ ਨੂੰ ਸਮਝ ਕੇ ਅਤੇ ਫਿਰ ਉਹਦੇ ਵਿੱਚੋਂ ਆਪਣੀ ਜਿਹੜੀ ਹੈ ਜਰਨੀ ਕਰੇ। ਤਾਂ ਭਗਤ ਕਬੀਰ ਸਾਹਿਬ ਜਦ ਮਨ ਸ਼ਬਦ ਵਰਤਿਆ, ਤਾਂ ਇਹਦਾ ਭਾਵ ਹੈ ਕਿ ਸਾਨੂੰ ਮਨ ਦੇ ਬਾਰੇ ਸੰਪੂਰਨ ਪਤਾ ਹੋਣਾ ਚਾਹੀਦਾ ਕਿ ਮਨ ਦੀ ਹਾਲਤ ਕੀ ਹੈ। ਹੁਣ ਮਨ ਦੀਆਂ ਹਾਲਤਾਂ ਨੂੰ 3 ਢੰਗਾਂ ਦੇ ਨਾਲ ਬੁੱਝਿਆ ਜਾ ਸਕਦਾ ਹੈ ਆਪਣੇ ਸਾਧਨਾ ਸਰੂਪ ਦੇ ਨੁਕਤੇ ਤੋਂ ਵਾਚੀ। ਸਭ ਤੋਂ ਪਹਿਲਾਂ ਕਿ ਮਨ ਦਾ ਆਦਿ ਸਰੂਪ ਕੀ ਹੈ, ਕਿ ਅਸਲ ਕੀ ਹੈ ਮਨ ਆਪਣੇ ਆਪ ਦੇ ਵਿੱਚ। ਜਦੋਂ ਇਹ ਜਗਿਆਸਾ ਜਾਗੇਗੀ ਤਾਂ ਇਹਦਾ ਸਾਨੂੰ ਸਪਸ਼ਟ ਉੱਤਰ ਬਾਣੀ 'ਚੋਂ ਮਿਲਦਾ ਹੈ ਕਿ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ।
ਕਿ ਇਸ ਜਗਤ ਵਿੱਚ ਇੱਕ ਤੈਨੂੰ ਮਾਲਕ ਨੇ ਅਦ੍ਰਿਸ਼ ਸ਼ਕਤੀ ਦਿੱਤੀ ਹੋਈ ਹੈ। ਇਸ ਸ਼ਕਤੀ ਦੇ ਨਾਲ ਹੀ ਤੇਰਾ ਸਾਰਾ ਜੀਵਨ ਬਣਨਾ, ਕਿਉਂਕਿ ਤੂੰ ਸੋਚਣਾ ਹੈ, ਤੂੰ ਮਹਿਸੂਸ ਕਰਨਾ ਹੈ, ਤੂੰ ਸਾਰਾ ਕੁਝ ਹੰਡਾਉਣਾ ਹੈ। ਇਸ ਕਰਕੇ ਇਹਦਾ ਆਦਿ ਸਰੂਪ ਕੀ ਹੈ, ਪਹਿਲਾ ਕੁਐਸਚਨ ਹੈ ਜਿਹੜਾ ਇਹਦੀ ਜਿਗਿਆਸਾ ਵਿੱਚ ਚੱਲਦਾ ਹੈ। ਉਹ ਫਿਰ ਪਹਿਲਾ ਇਹ ਭਾਵ। ਦੂਜਾ ਭਾਵ ਇਹ ਹੈ ਕਿ ਜਿਹੜਾ ਮਨ ਹੈ ਉਹ ਕਿਸ ਕਾਰਨ ਕਰਕੇ ਉਹਨੂੰ ਬਾਰ-ਬਾਰ ਸਾਧਨਾ 'ਤੇ ਜ਼ੋਰ ਦਿੱਤਾ ਗਿਆ ਹੈ। ਹੁਣ ਉਦਾਹਰਨ ਦੇ ਤੌਰ 'ਤੇ ਪਹਿਲਾ ਪ੍ਰਸ਼ਨ ਹੋ ਗਿਆ ਕਿ ਮਨ ਦਾ ਆਦਿ ਸਰੂਪ ਕੀ, ਇਹਦੀ ਪਹਿਲੀ ਪੋਜੀਸ਼ਨ ਕੀ ਹੈ। ਫਿਰ ਦੂਜਾ ਪ੍ਰਸ਼ਨ ਹੋ ਗਿਆ ਕਿ ਮਨ ਨੂੰ ਜਿਹੜਾ ਬਾਰ-ਬਾਰ ਸਾਧਨ 'ਤੇ ਬਾਰ-ਬਾਰ ਠੀਕ ਕਰਨ 'ਤੇ ਜ਼ੋਰ ਦਿੱਤਾ ਹੈ, ਹਰੇਕ ਧਰਮ ਗ੍ਰੰਥ ਨੇ ਦਿੱਤਾ ਹੈ। ਹਰੇਕ ਦੁਨੀਆ ਦਾ ਅਧਿਆਤਮਿਕ ਪੁਰਸ਼ ਇਹ ਗੱਲ ਆਖਦਾ ਕਿ ਮਨ ਨੂੰ ਸਾਧੋ। ਤਾਂ ਇਹਦਾ ਭਾਵ ਕੀ ਹੈ? ਇਹਦਾ ਭਾਵ ਇਹ ਹੈ ਕਿ ਜੀਵਨ ਦੇ ਵਿੱਚ ਜਿਹੜਾ ਖੇਲ ਮਾਇਆ ਦਾ ਬਣਦਾ ਹੈ, ਉਹਦਾ ਇਕੱਲਾ ਅਤੇ ਇਕੱਲਾ ਕੇਂਦਰ ਸਾਡਾ ਮਨ ਹੈ। ਮਨ ਦੇ ਵਿੱਚੋਂ ਫੁਰਨਾ ਉਤਪੰਨ ਹੁੰਦਾ ਹੈ ਅਤੇ ਫਿਰ ਉਹ ਅੱਗੇ ਜਾ ਕੇ ਕਰਮ ਸਾਰਾ ਕੁਝ ਬਣਦਾ ਹੈ। ਇਸ ਕਰਕੇ ਦੂਜਾ ਪ੍ਰਸ਼ਨ ਹੈ। ਤੀਜਾ ਇਹ ਹੈ ਕਿ ਜੀਵਨ ਦੇ ਸਮੁੱਚੇ ਅਨੁਭਵ ਦੇ ਵਿੱਚੋਂ ਮਨ ਦੇ ਪਸਾਰੇ ਨੂੰ ਸਮਝਣ ਦਾ ਹਰੇਕ ਕਿਰਿਆ ਦੇ ਵਿੱਚੋਂ ਯਤਨ ਕਰੀਏ। ਜਦੋਂ ਇਹ ਯਤਨ ਕਰਾਂਗੇ, ਇਹ ਤਿੰਨ ਸਾਧਨਾਂ ਇਕੱਠੀਆਂ ਜੁੜਨਗੀਆਂ ਜਦੋਂ, ਉਦੋਂ ਮਨ ਦਾ ਗਿਆਨ ਪੈਦਾ ਹੋਏਗਾ। ਜਿਵੇਂ ਆਮ ਕਰਕੇ ਦੇਖੋ, ਜ਼ਿੰਦਗੀ ਦੇ ਵਿੱਚ ਸਾਡੇ ਕੋਈ ਸ਼ਬਦਾਂ ਦੇ ਤੌਰ 'ਤੇ ਵੀ ਮਨ ਦੀ ਖੇਲ ਸਾਨੂੰ ਨਹੀਂ ਸਮਝ ਆਉਂਦਾ। ਬੰਦੇ ਬੜੀ ਦਫਾ ਕਹਿਣਗੇ ਮੇਰਾ ਮਨ ਨਹੀਂ ਕਰਦਾ। ਹੁਣ ਇਹ ਤਾਂ ਚਲੋ ਵਾਕ ਕਹਿ ਦਿੱਤਾ। ਜੇ ਸ਼ਬਦ ਦਾ ਪਹਿਲੀ ਅਵਸਥਾ 'ਤੇ ਜਦੋਂ ਇਹ ਵਾਕ ਕੋਈ ਕਹਿ ਦਿੰਦਾ ਹੈ, ਇਹਦਾ ਮਤਲਬ ਹੈ ਕਿ ਬਹੁਤ ਹੱਦ ਤੱਕ ਉਹ ਇਹ ਕਹਿ ਰਿਹਾ ਕਿ ਮੈਨੂੰ ਆਪਣੇ ਮਨ ਬਾਰੇ ਗਿਆਨ ਹੀ ਨਹੀਂ ਹੈ। ਇਹਦੇ ਵਿੱਚ ਕਿਸੇ ਦਾ ਗਿਆਨ ਵੀ ਹੋ ਸਕਦਾ, ਪਰ ਕਿਸੇ ਦਾ ਨਹੀਂ ਵੀ ਹੋ ਸਕਦਾ। ਜਿਵੇਂ ਹੁਣ ਉਦਾਹਰਨ ਦੇ ਤੌਰ 'ਤੇ ਕੋਈ ਗਿਆਨੀ ਬੰਦਾ ਕਹਿ ਦੇ ਮੇਰਾ ਮਨ ਨਹੀਂ ਕਰ ਰਿਹਾ, ਉਹਦਾ ਭਾਵ ਇਹ ਹੈ ਕਿ ਜਿਹੜਾ ਕਰਮ ਨਾ ਕਰਨ ਦੇ ਲਈ ਉਹਦਾ ਮਨ ਕਹਿ ਰਿਹਾ ਹੈ, ਉਹਦੇ ਮਨ ਦੀ ਅਵਸਥਾ ਕੁਝ ਉੱਚੀ ਬਣ ਗਈ ਹੈ ਅਤੇ ਉਹ ਕਾਰਜ ਕੋਈ ਛੋਟਾ ਹੋਏਗਾ, ਇਸ ਕਰਕੇ ਉਹਦੇ ਲਈ ਨਾ ਕਹਿ ਰਿਹਾ। ਪਰ ਜਿਹੜਾ ਅਸੀਂ ਆਮ ਵਾਕ ਵਰਤਦੇ ਹਾਂ, ਉਹਦੇ ਵਿੱਚ ਸਾਡੇ ਮਨ ਦਾ ਭਾਵ ਹੁੰਦਾ ਹੈ ਕਿ ਸਾਡੀ ਜਿਹੜੀ ਖਾਸ ਤਰ੍ਹਾਂ ਦੀ ਫਿਤਰਤ ਅਤੇ ਸਾਡੇ ਮਾਨਸਿਕ ਸੁਭਾਅ ਬਣਿਆ ਹੁੰਦਾ ਹੈ, ਉਹਦੇ ਵਿੱਚ ਹੀ ਅਸੀਂ ਸਾਰਾ ਕੁਝ ਸੋਚੀ ਜਾਂਦੇ ਹਾਂ। ਇਸ ਕਰਕੇ ਫਿਰ ਇਹ ਨਹੀਂ ਸੋਚਦੇ ਕਿ ਜਿਹੜਾ ਮਨ ਨਹੀਂ ਕਰ ਰਿਹਾ ਇਹਦੀ ਸਮੱਸਿਆ ਕੀ ਹੈ, ਉਹਨੂੰ ਬਾਰ-ਬਾਰ ਹੀ ਰੱਖਦੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਅੱਜ ਦੇ ਸ਼ਲੋਕ ਦੁਆਰਾ ਚੇਤੰਨ ਕੀਤਾ, ਮਨ ਸੀਤਲ ਪਿਆ। ਹੁਣ ਕਿਸੇ ਚੀਜ਼ ਨੂੰ ਕੰਪਲੀਟ ਕਰਨ ਦੇ ਲਈ ਕੋਈ ਇੱਕ ਅੱਧੀ, ਜਿਵੇਂ ਇੱਕ ਮਕਾਨ ਦੀ ਉਸਾਰੀ ਕਰਨੀ ਹੈ ਅਤੇ ਇਕੱਲੀ ਮਨੁੱਖ ਦੇ ਕੋਲੋਂ ਇੱਟ ਆਦਿਕ ਹੀ ਆ ਜਾਏ ਤਾਂ ਮਕਾਨ ਦੀ ਉਸਾਰੀ ਪੂਰੀ ਹੋਣ ਵਾਲੀ ਨਹੀਂ। ਜਾਂ ਇਸੇ ਤਰ੍ਹਾਂ ਹੀ ਜੇ ਮਨੁੱਖ ਨੂੰ ਇਕੱਲੀ ਜ਼ਮੀਨ ਮਿਲ ਗਈ ਹੈ ਅਤੇ ਪਾਣੀ ਨਹੀਂ ਪ੍ਰਾਪਤ ਹੋਣ ਵਾਲਾ, ਉਹਦੇ ਖੋਦਣ ਦੇ ਲਈ ਉਹਨੂੰ ਕਈ ਔਜ਼ਾਰ, ਕਈ ਢੰਗ ਅਪਣਾਉਣੇ ਪੈਣਗੇ। ਇਸੇ ਤਰ੍ਹਾਂ ਜਿਹੜਾ ਮਨ ਦਾ ਸੰਪੂਰਨ ਗਿਆਨ ਹੈ, ਜੇ ਮਨੁੱਖ ਨੇ ਉਹਨੂੰ ਪ੍ਰਾਪਤ ਕਰਨਾ ਹੈ ਤਾਂ ਉਹਨੂੰ ਆਪਣੇ ਜੀਵਨ ਦੀ ਪੂਰੀ ਹਾਲਤ ਨੂੰ ਸਮਝਣਾ ਪਏਗਾ। ਇਸ ਕਰਕੇ ਸੂਫੀ ਸਾਧਕਾਂ ਨੇ ਬੜੇ ਸੌਖੇ ਢੰਗ ਦੱਸੇ ਨੇ। ਇੱਕ ਦਫਾ ਕੋਈ ਸੂਫੀ ਫਕੀਰ ਬਾਜ਼ਾਰ ਦੇ ਵਿੱਚੋਂ ਗੁਜ਼ਰਿਆ ਸੀ ਤਾਂ ਉਹ ਚਿੜੀਆਂ ਵੇਚਦਾ ਸੀ। ਤਾਂ ਉਹ ਚਿੜੀਆਂ ਕਿਸੇ ਕਾਰਨ ਉਹਦੇ ਪਿੰਜਰੇ ਵਿੱਚੋਂ ਨਿਕਲ ਕੇ ਉੱਡ ਗਈਆਂ ਉਸ ਚਿੜੀਆਂ ਵੇਚਣ ਵਾਲੇ ਦੇ। ਤਾਂ ਉਹ ਸੂਫੀ ਸਾਧਕ ਨੇ ਦੇਖਿਆ ਕਿ ਉਹ ਚਿੜੀਆਂ ਜਿਹੜੀਆਂ ਹਨ ਬਾਅਦ ਵਿੱਚ ਵੱਖੋ-ਵੱਖ ਬਨੇਰਿਆਂ ਤੋਂ ਫੜ ਕੇ ਜਿਹੜੀਆਂ ਨਾ ਆਪਣੇ ਪਿੰਜਰੇ ਅੰਦਰ ਪਾ ਰਿਹਾ। ਅਤੇ ਉਸ ਤੋਂ ਉਹਨੂੰ ਗੱਲ ਯਾਦ ਆਈ ਕਿ ਸਾਡੇ ਮਨ ਦੇ ਕਈ ਐਸੇ ਵਕਾਰੀ ਫੁਰਨੇ ਹੁੰਦੇ ਹਨ ਜਿਹੜੇ ਟਿਕਦੇ ਨਹੀਂ, ਇੱਕ ਤੋਂ ਦੂਜੇ ਬਨੇਰੇ ਤੋਂ ਦੂਜੇ ਤੋਂ ਤੀਜੇ ਤੱਕ। ਭਾਵ ਕਿ ਜਿਵੇਂ ਕਾਮ ਦੀ ਮਲੀਨਤਾ ਦਾ ਫੁਰਨਾ ਹੈ, ਪਹਿਲਾਂ ਇੱਕ ਇਸਤਰੀ ਦੇ ਰੂਪ 'ਤੇ, ਫਿਰ ਦੂਜੇ 'ਤੇ, ਫਿਰ ਤੀਜੇ ਦੇ, ਸਾਰਿਆਂ ਦੇ ਟਿਕਣਾ ਹੀ ਨਹੀਂ ਕਿਤੇ। ਅਤੇ ਫਿਰ ਉਹ ਕਹਿੰਦੇ ਵੀ ਇਹਦੇ ਨੂੰ ਸਾਨੂੰ ਤਾਂ ਬੰਦਗੀ ਆਪਾਂ ਚਿੜੀਆਂ ਫੜਨ ਵਾਲਾ ਹੀ ਸਿਖਾ ਰਿਹਾ ਹੈ ਕਿ ਇਹ ਇੱਕ ਭੱਜ ਕੇ ਫੜ ਲੈਂਦਾ, ਮੁੜ ਕੇ ਪਿੰਜਰੇ 'ਚ ਪਾਉਂਦਾ ਹੈ। ਇਸ ਕਰਕੇ ਆਪਣੇ ਮਨ ਦੇ ਸਾਰੇ ਫੁਰਨੇ, ਕਿਉਂਕਿ ਆਉਣੇ ਨੇ, ਮਾਇਆ ਦਾ ਕੇਂਦਰ ਹੈ ਮਨ, ਅਤੇ ਉਹਨਾਂ ਸਾਰਿਆਂ ਫੁਰਨਿਆਂ ਨੂੰ ਪਕੜ ਕੇ ਫਿਰ ਆਪਣੇ ਸੱਚ 'ਤੇ ਲਿਆਉਣਾ ਕਿ ਮਨਾ ਇਹ ਤੇਰਾ ਕੰਮ ਨਹੀਂ ਹੈ। ਤੇਰਾ ਅਸਲ ਕੰਮ ਹੈ ਕਿ ਤੂੰ ਰੱਬ ਦੀ ਜੋਤ ਹੈ ਅਤੇ ਉਨੀ ਪਵਿੱਤਰਤਾ ਦੇ ਵਿੱਚ, ਉਹਨੇ ਟਿਕਾ ਸਹਿਜ ਦੇ ਵਿੱਚ ਰਹਿ। ਭਗਤ ਕਬੀਰ ਸਾਹਿਬ ਜੀ ਦੇ ਵਾਕ ਨੇ, ਕਬੀਰ ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ। ਤਾਂ ਕਿਸੇ ਵੱਡੇ ਰੱਬੀ ਬੰਦੇ ਨੂੰ ਕਿਸੇ ਨੇ ਪੁੱਛਿਆ ਕਿ ਤੁਹਾਡਾ ਅਤੇ ਮੇਰਾ ਫਰਕ ਕੀ ਹੈ? ਉਹ ਕਹਿੰਦਾ ਮੈਂ ਬੈਠਾ ਹੋਇਆ। ਕਹਿੰਦਾ ਬੈਠਾ ਤਾਂ ਮੈਂ ਵੀ ਹੋਇਆ। ਕਹਿੰਦਾ ਨਹੀਂ ਮੈਂ ਠੀਕ ਢੰਗ ਨਾਲ ਬੈਠਾ ਹੋਇਆ। ਕਹਿੰਦਾ ਮੈਂ ਵੀ ਜੀ ਠੀਕ ਢੰਗ ਨਾਲ ਬੈਠਾ ਹੋਇਆ। ਕਹਿੰਦਾ ਨਹੀਂ, ਮੇਰੇ ਬੈਠਣ ਦੇ ਕਹਿਣ ਦਾ ਮਤਲਬ ਕਿ ਜਿਹੜੀ ਚੀਜ਼ ਨੇ ਸਾਨੂੰ ਉਡਾਰੂ ਕਰਨਾ ਹੈ,
ਮੈਂ ਉਸ ਚੀਜ਼ ਨੂੰ ਉਹਦੇ ਖੰਭ ਕੁਤਰ ਕੇ ਅਤੇ ਬਿਠਾ ਦਿੱਤਾ ਹੈ। ਭਾਵ ਕਿ ਜਿਹੜੇ ਮਨ ਦੇ ਫੁਰਨਿਆਂ ਨੇ ਸਾਨੂੰ ਬੈਠਿਆਂ ਬੈਠਿਆਂ ਵੀ ਉਡਾਈ ਜਾਣਾ ਹੈ, ਮੈਂ ਉਸ ਨੂੰ ਹੀ ਕੁਤਰ ਦਿੱਤਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨ ਸੀਤਲ ਪਿਆ। ਇਸ ਕਰਕੇ ਮੈਂ ਥੋੜ੍ਹਾ ਮਨ ਦੇ ਸੰਬੰਧ 'ਚ ਤਾਂ ਅਰਜ਼ ਕੀਤਾ ਤਾਂ ਕਿ ਸਾਨੂੰ ਪਤਾ ਲੱਗੇ। ਹੁਣ ਜਿਵੇਂ ਕਈ ਵਾਰੀ ਅਸੀਂ ਗੱਲਬਾਤ ਕਰਦੇ ਹਾਂ ਤਾਂ ਉਹਦੇ ਵਿੱਚ ਇਸ ਮਨ ਸ਼ਬਦ ਦਾ ਜ਼ਿਕਰ ਆਉਂਦਾ ਹੈ। ਅੱਜ ਸਮੱਸਿਆ ਕੀ ਹੈ ਕਿ ਰੋਜ਼ਾਨਾ ਸਤ ਸੰਗਤ 'ਚ ਬੰਦਾ ਆਏਗਾ, ਉਹਨੂੰ ਮਨ ਦੇ ਆਪਣੇ ਫੁਰਨੇ ਪਕੜਨੇ ਆਉਣਗੇ। ਤਾਂ ਵਿਗਿਆਨ ਆਖਦਾ ਹੈ ਕਿ ਇੱਕ ਸੁਚੇਤ ਬੰਦੇ ਦੇ ਮਨ ਅੰਦਰ ਇੱਕ ਦਿਨ ਦੇ ਵਿੱਚ 60,000 ਫੁਰਨੇ ਆਉਂਦੇ ਨੇ ਘੱਟੋ ਘੱਟ। ਅਤੇ ਜਿਹੜਾ ਬੰਦਾ ਬੜਾ ਜੀਨੀਅਸ ਹੁੰਦਾ ਹੈ ਗਿਆਨ ਦੇ ਨੁਕਤੇ ਤੋਂ, ਆਪਣੇ ਕੌਨਸ਼ੀਅਸ ਮਾਈਂਡ ਦੇ ਨੁਕਤੇ ਤੋਂ, ਉਹ ਇਹਦੇ ਵਿੱਚੋਂ ਮਸਾਂ 1,000 ਫੁਰਨਾ ਪਕੜ ਸਕਦਾ ਹੈ। 1,000 ਮੁਸ਼ਕਿਲ ਦੇ ਨਾਲ, ਜੇ ਬਹੁਤ ਜ਼ਿਆਦਾ ਬਾਰੀਕ ਹੋਵੇ ਅਤੇ ਉਸ 1,000 ਫੁਰਨੇ ਨੂੰ ਪਕੜਨਾ ਕਿਤੇ ਸੌਖੀ ਖੇਲ ਹੈ। ਉਦਾਹਰਨ ਦੇ ਤੌਰ 'ਤੇ ਇੱਥੇ ਬੈਠੇ ਹੋ ਸਕਦਾ ਸਾਡੇ ਮਨ ਦਾ ਕੋਈ ਖਿਆਲ ਕੁਝ ਹੋਰ ਹੋਵੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੀਤਲ ਪਿਆ। ਹੁਣ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਕਿ ਠੰਡਾ ਠਾਰ ਹੋ ਗਿਆ, ਟਿਕਾ ਵਿੱਚ ਆ ਗਿਆ। ਇਹਦਾ ਮਤਲਬ ਇਹਦੀ ਪਹਿਲਾਂ ਕੋਈ ਹਾਲਤ ਹੋਵੇਗੀ, ਪਹਿਲਾਂ ਕੋਈ ਹਾਲਤ ਜਲਣ ਵਾਲੀ ਹੋਵੇਗੀ। ਉਹ ਹਾਲਤ ਕੀ ਹੈ? ਉਦਾਹਰਨ ਦੇ ਤੌਰ 'ਤੇ ਅਸੀਂ ਜਗਤ ਵਿੱਚ ਆਏ, ਮਾਇਆ ਅਮਰ ਵਰਤਾਇਆ। ਜਦੋਂ ਮਾਇਆ ਅਮਰ ਵਰਤਾਇਆ ਦੇ ਪ੍ਰਭਾਵ ਹੇਠ ਆਏ ਤਾਂ ਮਾਇਆ ਅਮਰ ਪ੍ਰਭਾਵ ਦਾ ਪਹਿਲਾ ਜਿਹੜਾ ਪ੍ਰਭਾਵ ਸਾਨੂੰ ਸਾਡੇ ਪਰਿਵਾਰ 'ਚੋਂ ਮਿਲਿਆ। ਉਦਾਹਰਨ ਦੇ ਤੌਰ 'ਤੇ ਇੱਕ ਥੋੜ੍ਹੇ 2-3 ਸਾਲਾਂ ਬਾਅਦ ਸਾਡੇ ਅੰਦਰ ਇਹ ਭਾਵ, ਇਹ ਅਹਿਸਾਸ ਬਣਨਾ ਸ਼ੁਰੂ ਹੋਇਆ ਕਿ ਇਹ ਮੇਰਾ ਹੈ। 5-6 ਜੀ ਜਿਹੜੇ ਪਰਿਵਾਰ ਦੇ ਨਜ਼ਰ ਆਏ, ਇਹ ਮੇਰਾ ਹੈ। ਇਹ ਮੇਰਾ ਹੋਣ ਦੀ ਜਿਹੜੀ ਪਹਿਲੀ ਸੂਝ ਬੰਦੇ ਅੰਦਰ ਪ੍ਰਗਟ ਹੋਈ ਹੈ, ਇਹੀ ਮਾਇਆ ਦਾ ਕੇਂਦਰ ਹੈ। ਫਿਰ ਇਹਦੇ ਵਿੱਚ ਉਹਨੇ ਧਰਤੀ ਦੇ ਹੋਰ ਜਿੰਨੇ ਜ਼ਿਆਦਾ ਉਹਨੂੰ ਪਿਆਰ ਕਰਨ ਵਾਲੇ, ਸਹਿਯੋਗ ਕਰਨ ਵਾਲੇ ਜਾਂ ਉਹਦੇ ਪ੍ਰਤੀ ਬੜਾ ਉੱਚਾ ਹਮਦਰਦੀ ਭਾਵ ਰੱਖਣ ਵਾਲੇ ਬੰਦੇ ਸਨ, ਉਹਨਾਂ ਦੀ ਹੋਂਦ ਨੂੰ ਛੁਟਿਆ ਦਿੱਤਾ ਅਤੇ ਕਿਹਾ ਨਹੀਂ, ਮੇਰਾ ਇਹੀ ਖਾਸ ਮੇਰੇ ਹਨ। ਇਸ ਕਰਕੇ ਦੁਨੀਆ ਦੇ ਵਿੱਚ ਅੱਜ ਸਿਵਿਲਾਈਜੇਸ਼ਨ ਚੰਗੀ ਕਿਉਂ ਨਹੀਂ ਪੈਦਾ ਹੋ ਰਹੀ? ਬੰਦਾ ਦੇਖੋ, ਬੜੇ ਐਸੇ ਅੱਜ ਪੂਰੀ ਵਰਲਡ ਦਾ ਹੀ ਕ੍ਰਾਈਸਿਸ ਹੈ ਕਿ ਜਿਹੜੀ ਉਹਨਾਂ ਦੇ ਬੰਦੇ ਦੇ ਜਿਉਣ ਦੇ ਆਧਾਰ ਬਣਨੇ ਨੇ, ਜਿਹਦੇ ਵਿੱਚ ਉਹਨੂੰ ਹਮਦਰਦੀ, ਉਹਨੂੰ ਸ਼ੁਭ ਚਿੰਤਨਾ, ਉਹਨੂੰ ਜਿਹੜਾ ਜੀਵਨ ਦੀ ਗੱਲਬਾਤ, ਉਹਨੂੰ ਆਪਣੇ ਇਮੋਸ਼ਨ ਦਾ ਇੱਕ ਫੈਲਾਅ ਦੇ ਲਈ ਚਾਹੀਦਾ ਹੈ, ਉਹਦਾ ਬੇਸ ਉਹਨੂੰ ਪਰਿਵਾਰ 'ਚੋਂ ਲੱਭ ਹੀ ਨਹੀਂ ਰਿਹਾ। ਕਈ ਵਾਰੀ ਪਰਿਵਾਰ ਇੰਨੇ ਕਮਜ਼ੋਰ ਹੋ ਗਏ ਨੇ, ਪਰ ਮਾਇਆ ਦੀ ਹੋਂਦ ਵਿੱਚ ਪਿਆ ਬੰਦਾ ਉੱਥੋਂ ਹੀ ਪੂਰਤੀ ਕਰਦਾ ਹੈ, ਉਹ ਦੂਜੇ ਪਾਸੇ ਹੋਣਾ ਹੀ ਨਹੀਂ ਚਾਹੁੰਦਾ। ਇਸ ਕਰਕੇ ਜਿਹੜੀ ਮੇਰਾ ਹੋਣ ਦੀ ਸੂਝ ਹੈ, ਉਹਨੂੰ ਮਿਹਰ ਤੋਂ ਵਾਂਝਾ ਕਰੀ ਜਾ ਰਹੀ ਹੈ। ਇਸ ਕਰਕੇ ਕਿਉਂਕਿ ਸਾਨੂੰ ਗੁਰੂ ਸਾਹਿਬਾਨਾਂ ਨੇ ਆਪਣੇ ਜੀਵਨ 'ਚ ਦੱਸਿਆ। ਗੁਰੂ ਸਾਹਿਬ ਜੀ ਕਹਿੰਦੇ ਕਿ ਮਨ ਸੀਤਲ ਪਿਆ। ਭਗਤ ਕਬੀਰ ਸਾਹਿਬ ਜੀ ਕਹਿੰਦੇ ਪਹਿਲੀ ਸੂਝ ਆਈ ਮੇਰੇ ਦੀ। ਉਸ ਮੇਰੇ ਦੇ ਆਉਣਾ ਠੀਕ ਹੈ, ਜਿਨ੍ਹਾਂ ਨੇ ਪਰਵਰਿਸ਼ ਕੀਤੀ ਉਹਨਾਂ ਨੂੰ ਮੇਰਾ ਕਹਿਣਾ ਬਣਦਾ ਵੀ ਹੈ ਥੋੜ੍ਹਾ ਬਹੁਤ, ਪਰ ਉਸ ਮੇਰੇ ਦੇ ਵਿੱਚ ਇੱਕ ਸਮੱਸਿਆ ਇਹ ਵਾਪਰ ਗਈ ਕਿ ਤੇਰੇ ਨੇ ਜਨਮ ਲੈ ਲਿਆ। ਆਪਣਾ ਕਹਿਣ ਦੇ ਨਾਲ ਬਗਾਨੇ ਨੇ ਜਨਮ ਲੈ ਲਿਆ, ਮੇਰਾ ਕਹਿਣ ਦੇ ਨਾਲ ਤੇਰੇ ਦੇ ਭਾਵ ਨੇ ਲੈ ਲਿਆ, ਸੈਲਫ ਦੇ ਕਹਿਣ ਨਾਲ ਅਦਰ ਨੇ ਜਨਮ ਲੈ ਲਿਆ। ਹੁਣ ਕਿਸੇ ਇੱਕ ਨੂੰ ਮੇਰਾ ਕਹਾਂਗੇ ਤਾਂ ਦੂਜੇ ਨੂੰ ਤੇਰਾ ਵੀ ਕਹਿਣਾ ਪਏਗਾ। ਕਿਸੇ ਨੂੰ ਆਪਣਾ ਕਹਾਂਗੇ, ਜਿਹੜਾ ਨਿਕਟ ਰਹਿੰਦਾ ਉਹ ਆਪਣਾ ਹੋ ਜਾਏਗਾ, ਜਿਹੜਾ ਥੋੜ੍ਹੀ ਦੂਰੀ 'ਤੇ ਆ ਉਹਨੂੰ ਬਗਾਨਾ ਵੀ ਕਹਿਣਾ ਪਏਗਾ। ਇਸ ਕਰਕੇ ਸਮੱਸਿਆ ਇੱਥੇ ਹੀ ਪੈਦਾ ਹੋ ਜਾਂਦੀ ਹੈ। ਫਿਰ ਇਹ ਸਮੱਸਿਆ ਇੱਥੋਂ ਤੱਕ ਜਾਂਦੀ ਹੈ ਕਿ ਫਿਰ ਮਨੁੱਖ ਆਪਣੀ ਜ਼ਿੰਦਗੀ ਦਾ ਆਧਾਰ ਮਾਇਆ ਦੇ ਛੱਲ ਵਿੱਚ ਗੁਲਾਮ ਹੋ ਕੇ ਜਿਉਂਦਾ ਹੈ ਅਤੇ ਉਹ ਹਰੇਕ ਚੀਜ਼ ਦਾ ਮੇਰਾ ਬਣਾਉਂਦਾ ਹੈ। ਮੇਰਾ ਘਰ, ਮੇਰਾ ਪਰਿਵਾਰ, ਮੇਰੀ ਅਕਲ, ਮੇਰਾ ਧਨ, ਮੇਰੀ ਜਾਇਦਾਦ, ਹਰੇਕ ਚੀਜ਼ ਨੂੰ ਮੇਰੇ ਟਾਈਟਲ ਦੇ ਹੇਠ ਲਿਆ ਕੇ ਉਹ ਜ਼ਿੰਦਗੀ ਜਿਉਂਦਾ ਹੈ। ਤੇਰਾ ਉਹ ਕਰ ਹੀ ਨਹੀਂ ਸਕਦਾ। ਇਹ ਸਮੱਸਿਆ ਫਿਰ ਬੜੀ ਗਾਂਹ ਚਲੀ ਜਾਂਦੀ ਹੈ। ਫਿਰ ਉਹ ਖਾਸ ਚੀਜ਼ਾਂ ਦੇ ਉੱਪਰ ਕੇਂਦਰਿਤ ਹੋਣਾ ਸ਼ੁਰੂ ਹੋ ਜਾਂਦਾ ਹੈ। ਜਿਹੜੇ ਫਿਰ ਜਿਨ੍ਹਾਂ ਨੂੰ ਬਗਾਨਾ ਸਮਝਦਾ ਹੈ, ਉਹਨਾਂ ਦੇ ਨਾਲ ਆਪਣਾ ਦਵੈਤ ਸਿਰਜਣ ਲੱਗ ਪੈਂਦਾ ਹੈ। ਦਵੈਤ ਦਾ ਮਤਲਬ ਸਮਝਦਾ ਉਂਝ ਸਾਰੇ ਮਾਲਕ ਜੋਤ ਸਰੂਪ ਨੇ, ਪਰ ਜਦੋਂ ਮਨ 'ਚ ਦਵੈਤ ਪੈਦਾ ਹੋ ਜਾਂਦਾ ਹੈ, ਫਿਰ ਦਵੈਤ ਦੇ ਨਾਲ ਦੂਜੇ ਵੱਖਰੇ ਨਜ਼ਰ ਆਉਣ ਲੱਗ ਪੈਂਦੇ ਨੇ। ਫਿਰ ਉਸ ਦਵੈਤ ਦੀ ਇੱਕ ਛੋਟੀ ਜਿਹੀ ਹਾਲਤ ਹੈ ਦਵੈਸ਼। ਜਦੋਂ ਈਰਖਾ ਪੈਦਾ ਹੋ ਜਾਂਦੀ ਹੈ, ਫਿਰ ਉਹਨਾਂ ਈਰਖਾ ਦੇ ਅੰਜਾਮ ਕੀ ਬਣਦੇ ਨੇ? ਕੋਈ ਧਨ ਕਰਕੇ ਅੱਗੇ ਹੈ, ਕੋਈ ਅਕਲ ਕਰਕੇ ਅੱਗੇ ਹੈ। ਇਹਦਾ ਕੰਪੈਰੀਜ਼ਨ ਕਰਕੇ ਮਨੁੱਖ ਛੋਟੇ ਰੂਪਾਂ 'ਚ ਭੁਗਤਦਾ ਹੈ ਅਤੇ ਉਹ ਧਰਤੀ 'ਤੇ ਇਸ ਤਰ੍ਹਾਂ ਦਾ ਪੱਧਰ ਪੈਦਾ ਕਰ ਦਿੰਦਾ ਹੈ। ਇਸ ਕਰਕੇ ਮਨ ਜਲਣ ਦੀ ਹਾਲਤ ਦਾ ਭਾਵ ਇਹ ਹੈ ਕਿ ਜਦੋਂ ਮਨ ਅੰਦਰ ਵਿਕਾਰਾਂ ਦੀ ਭਟਕਣ ਹੈ, ਉਹਨਾਂ ਵਿਕਾਰਾਂ ਦੀ ਜਦੋਂ ਪਹਿਲਾਂ ਗੱਲ ਜਦੋਂ ਤ੍ਰਿਪਤੀ ਨਹੀਂ ਹੁੰਦੀ, ਉਦੋਂ ਅਸ਼ਾਂਤ ਰਹਿੰਦਾ ਹੈ।
ਜਦੋਂ ਤ੍ਰਿਪਤੀ ਹੋ ਜਾਂਦੀ ਥੋੜ੍ਹੀ ਬਹੁਤ, ਉਸ ਤੋਂ ਬਾਅਦ ਉਹਨਾਂ ਦੀ ਮਲੀਨਤਾ ਅਸ਼ਾਂਤ ਕਰਦੀ, ਇਸ ਕਰਕੇ ਮਨ ਜਲ ਰਿਹਾ ਹੈ। ਇਸ ਕਰਕੇ ਦੁਨੀਆ ਵਿੱਚ ਬੜੇ ਬੰਦੇ ਅੱਜ ਈਰਖਾ ਦੇ ਰੋਗ ਤੋਂ ਗ੍ਰਸਤ ਨੇ, ਹਰ ਵੇਲੇ ਵਿਚਾਲੇ ਇੱਕ ਭੈ ਭੀਤ ਰਹਿੰਦੇ ਨੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਹਿਲਾਂ ਇਹ ਹਾਲਤ ਹੈ, ਹੁਣ ਸੀਤਲ ਹੋ ਗਿਆ ਹੈ। ਸੀਤਲ ਕਾਹਦੇ ਨਾਲ ਹੋ ਗਿਆ? ਪਾਇਆ ਬ੍ਰਹਮ ਗਿਆਨ। ਹੁਣ ਬ੍ਰਹਮ ਗਿਆਨ ਦੀ ਸਥਿਤੀ ਕੀ ਹੈ, ਇਹ ਵੀ ਆਪਦੇ ਸਨਮੁਖ ਰੱਖਦੇ ਹਾਂ। ਸਾਡਾ ਜਦੋਂ ਜੀਵਨ ਆਰੰਭ ਹੁੰਦਾ ਹੈ ਤੇ ਭਾਰਤ ਦੇ ਅਧਿਆਤਮਿਕ ਪੁਰਸ਼ਾਂ ਨੇ ਗੱਲ ਕਹੀ ਹੈ ਕਿ ਗਰਭ ਕਾਲ ਦਾ ਬੱਚਾ ਬ੍ਰਹਮ ਗਿਆਨੀ ਹੈ। ਕਿਉਂ? ਕਿਉਂਕਿ ਉਹਦੇ ਅੰਦਰ ਮਾਇਆ ਦਾ ਵਰਲਡ ਨਹੀਂ ਚੱਲਿਆ ਹੁੰਦਾ, ਖਾਣ ਪੀਣ ਦੀ ਕੋਈ ਖਾਹਿਸ਼ ਨਹੀਂ ਹੈ, ਜੀਵਨ ਦੀ ਕੋਈ ਚਿੰਤਾ ਨਹੀਂ ਹੈ, ਜੀਵਨ ਦੇ ਵਿੱਚ ਕੀ ਮਿਲ ਗਿਆ, ਕੀ ਨਹੀਂ ਮਿਲਿਆ, ਕੀ ਮਿਲੇਗਾ, ਇਸ ਗੱਲ ਦਾ ਕੋਈ ਖਿਆਲ ਨਹੀਂ ਹੈ। ਜੀਵਨ ਦੀ ਸਾਰੀ ਕਿਰਿਆ ਉਹਦੀ ਸਿਮਰਨ ਵਿੱਚ ਢਲੀ ਹੋਣ ਕਰਕੇ ਉਹਨਾਂ ਨੇ ਗਰਭ ਕਾਲ ਦੇ ਬੱਚੇ ਨੂੰ ਬ੍ਰਹਮ ਗਿਆਨੀ ਕਿਹਾ। ਅਤੇ ਕਹਿੰਦੇ ਸਮੱਸਿਆ ਕੀ ਹੈ ਕਿ ਅਸੀਂ ਬੰਦੇ ਨੂੰ ਅਧਿਆਤਮਿਕਤਾ ਦਿੰਦੇ ਹਾਂ 20 ਸਾਲ ਦੀ ਉਮਰ ਵਿੱਚ, ਜਾਂ ਖੁਦ ਜੇ ਕਿਤੇ ਮਾੜੀ ਮੁੱਟੀ ਸਮਝ ਆ ਗਈ ਤਾਂ 25-30 ਸਾਲ ਤੋਂ ਬਾਅਦ ਗ੍ਰਸਤ ਦਾ ਨਿਯਾਮ ਥੋੜ੍ਹਾ ਜਿਹਾ ਲੰਘ ਕੇ ਤੇ ਫਿਰ ਅਸੀਂ ਅਧਿਆਤਮਿਕਤਾ ਵਾਲੇ ਪਾਸੇ ਆਉਂਦੇ ਹਾਂ। ਕਹਿੰਦੇ ਅਧਿਆਤਮਿਕ ਰੰਗ ਦੇ ਵਿੱਚ ਅਕਾਲ ਪੁਰਖ ਬੱਚੇ ਨੂੰ ਖੁਦ ਬ ਖੁਦ ਰੰਗ ਕੇ ਭੇਜਦਾ ਹੈ। ਪਰ ਗੱਲ ਕੀ ਹੈ ਕਿ ਜਿਸ ਪਰਿਵਾਰ, ਜਿਸ ਸੰਸਾਰ ਵਿੱਚ ਉਹ ਆ ਰਿਹਾ ਹੁੰਦਾ ਹੈ, ਉਹ ਪਰਿਵਾਰ ਉਸ ਨੂੰ ਉਹ ਅਧਿਆਤਮਿਕਤਾ ਨਹੀਂ ਦੇ ਸਕਦਾ ਹੁੰਦਾ, ਉਹ ਸਮਰੱਥ ਹੀ ਨਹੀਂ ਹੁੰਦਾ। ਇਸ ਕਰਕੇ ਮੈਂ ਕੋਲ ਕੁਝ ਦਿਨ ਪਹਿਲਾਂ ਕਿਸੇ ਸੰਬੰਧ ਵਿੱਚ ਕੁਝ ਲਿਖ ਰਿਹਾ ਸਾਂ, ਉੱਥੇ ਸਮੱਸਿਆ ਇਹ ਆਈ ਜਿਹੜੀ ਭਾਈ ਗੁਰਦਾਸ ਸਾਹਿਬ ਜੀ ਦੀ ਵਾਰ ਪੜ੍ਹਦੇ, ਉਹ ਰੋਵੈ ਦੁੱਖ ਆਪਣਾ, ਕਿ ਧਰਤੀ 'ਤੇ ਬੰਦੇ ਦੀ ਸਭ ਤੋਂ ਵੱਡੀ ਟੈਨਸ਼ਨ ਇਹ ਹੈ ਕਿ ਉਹਦੀ ਜਿੰਨੀ ਉਹਨੂੰ ਬਖਸ਼ਿਸ਼ ਮਿਲਦੀ ਹੈ, ਸੰਸਾਰ ਉਸ ਬਖਸ਼ਿਸ਼ ਨੂੰ ਜਾਣਦਾ ਹੀ ਨਹੀਂ। ਉਹ ਇਸ ਕਰਕੇ ਜੇ ਮਾਤਾ ਪਿਤਾ ਨੇ ਉਹ ਬੱਚੇ ਨੂੰ ਬਾਡੀ ਦੇ ਤਲ 'ਤੇ ਪਾਲਦੇ ਨੇ। ਮੈਂ ਕੱਲ੍ਹ ਇੱਕ ਪੁਸਤਕ ਪੜ੍ਹ ਰਿਹਾ ਸੀ, ਉਹਦੇ ਵਿੱਚ ਬੜੀ ਗੱਲ ਗਹਿਰੀ ਸਮਝ ਆਈ ਕਿ ਦੁਨੀਆ ਵਿੱਚ ਜਿੰਨਾ ਚਿਰ ਇਹ ਚੀਜ਼ ਦੀ ਸਮਝ ਨਾ ਆਈ, ਬੱਚੇ ਦੀ ਬਾਡੀ ਪਾਲੀ ਜਾ ਰਹੀ ਹੈ, ਉਦੋਂ ਜਿਹੜਾ ਵੱਡਾ ਵਰਲਡ ਮਿਲਿਆ ਹੋਇਆ ਬਖਸ਼ਿਸ਼ ਦਾ, ਉਹਨੂੰ ਨਹੀਂ ਪਾਲਿਆ ਜਾ ਰਿਹਾ। ਇਸ ਕਰਕੇ ਦੁਨੀਆ 'ਤੇ ਕੋਈ ਵੱਡਾ ਜਿਹੜਾ ਆਨੰਦ ਨਹੀਂ ਬਣ ਰਿਹਾ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੀਤਲ ਭਇਆ ਪਾਇਆ ਬ੍ਰਹਮ ਗਿਆਨ। ਹੁਣ ਬ੍ਰਹਮ ਗਿਆਨ ਦਾ ਭਾਵ ਕੀ ਹੈ ਕਿ ਜਦੋਂ ਮਨੁੱਖ ਧਰਤੀ 'ਤੇ ਉਤਰਿਆ, ਉਹਨੂੰ ਮੇਰਾ ਹੋਣ ਦਾ ਖਿਆਲ ਸੰਸਾਰ ਨੇ ਦਿੱਤਾ। ਅਤੇ ਜਿਹੜਾ ਬ੍ਰਹਮ ਗਿਆਨ ਵਾਲਾ ਜੀਵਨ ਹੈ, ਉਹ ਕਹੇਗਾ ਕਿ ਸਾਰਿਆਂ ਦੇ ਅੰਦਰ ਜੋਤ ਸਰੂਪ ਇੱਕ ਹੈ ਅਤੇ ਅਸੀਂ ਸਾਰੇ ਇੱਕੋ ਮਾਲਕ ਦੀ ਸੰਤਾਨ ਹਾਂ। ਅਤੇ ਜਿਹੜੀ ਧਰਤੀ 'ਤੇ ਵਰਗੀਕਰਨ ਕੀਤਾ ਹੈ, ਵੰਡ ਪਾਈ ਹੈ, ਇਹ ਮਨੁੱਖ ਦੀ ਪਾਈ ਹੋਈ ਵੰਡ ਹੈ, ਮਾਲਕ ਦੀ ਨਹੀਂ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਬ੍ਰਹਮ ਗਿਆਨ ਮਿਲਿਆ ਤਾਂ ਫਿਰ ਉਹਦੇ ਵਿੱਚ ਸਮਝ ਆਈ ਕਿ ਅਸੀਂ ਜੋਤ ਸਰੂਪ ਕਰਕੇ ਇੱਕ ਹਾਂ। ਸਰੀਰਾਂ ਦੇ ਰੂਪ ਰੰਗਾਂ ਦੇ ਆਕਾਰਾਂ ਦੇ ਭੇਦ ਕਰਕੇ ਸਾਡੇ ਵਿੱਚ ਭਿੰਨਤਾ ਹੋ ਸਕਦੀ ਹੈ, ਪਰ ਜਦ ਸਾਡਾ ਸਿਰਜਣਹਾਰ ਇੱਕ ਹੈ ਅਤੇ ਸਾਡਾ ਜਿਹੜਾ ਹੈ ਪਾਲਣ ਵਾਲਾ ਇੱਕ ਹੈ, ਨਵਾਜ਼ਿਸ਼ ਕਰਨ ਵਾਲਾ ਵੀ ਮਾਲਕ ਇੱਕ ਹੈ, ਤਾਂ ਇਸ ਬ੍ਰਹਮ ਗਿਆਨ ਦੀ ਸਥਿਤੀ ਨੂੰ ਜਦੋਂ ਮਨ 'ਚ ਦ੍ਰਿੜ ਕੀਤਾ ਤਾਂ ਕੋਈ ਭਾਵ ਹੀ ਨਹੀਂ ਆਇਆ। ਹੁਣ ਗੁਰਬਾਣੀ 'ਚ ਵਾਕ ਆਉਂਦਾ, ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਜਾਂ ਬਾਣੀ 'ਚ ਵਾਕ ਆਉਂਦਾ, ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ। ਜਾਂ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਹਨਾਂ ਵਾਕਾਂ ਦੀ ਗਹਿਰਾਈ ਦੇ ਨਾਲ ਵਿਚਾਰ ਕਰਨੀ ਹੀ ਬ੍ਰਹਮ ਗਿਆਨ ਦਾ ਇੱਕ ਕਰਮ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਇਆ ਬ੍ਰਹਮ ਗਿਆਨ। ਹੁਣ ਬ੍ਰਹਮ ਦੇ ਨਾਲ ਗਿਆਨ ਸ਼ਬਦ ਵਰਤਿਆ, ਇਹਦਾ ਭਾਵ ਕੀ ਹੈ ਕਿ ਜਿਹੜਾ ਬ੍ਰਹਮ ਸਰੂਪ ਹੈ, ਆਤਮ ਸਰੂਪ ਸਾਰੇ ਜਗਤ ਵਿੱਚ ਇੱਕ ਸਮਾਨ ਰਮਿਆ ਹੈ। ਜੇ ਅਸੀਂ ਉਹਦੀ ਪਛਾਣ ਕਰਾਂਗੇ, ਜੇ ਉਹਦੇ ਨਾਲ ਸਾਡਾ ਵਾਸਤਾ ਬਣੇਗਾ, ਤਾਂ ਬਾਕੀ ਜਿਹੜਾ ਮਾਇਆ ਦੇ ਪੱਧਰ 'ਤੇ ਦਵੈਸ਼ ਦਾ, ਦਵੈਤ ਦਾ, ਆਪਣੇ ਬੇਗਾਨੇ ਦਾ ਬਣਿਆ ਹੋਇਆ ਜੀਵਨ ਉਹ ਛੁੱਟ ਜਾਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਪਾਇਆ ਬ੍ਰਹਮ ਗਿਆਨ। ਬ੍ਰਹਮ ਸਰੂਪ ਕਰਕੇ ਅਸੀਂ ਸਾਰੇ ਜਗਤ ਨੂੰ ਇੱਕੋ ਜਾਣਦੇ। ਅੱਜ ਸਭ ਤੋਂ ਵੱਡੀ ਸਮੱਸਿਆ, ਹੁਣ ਕਈ ਵਾਰੀ ਮੈਂ ਇਸ ਗੱਲ ਨੂੰ ਸੁਭਾਵਿਕ ਵਾਚਦਾ, ਜੇ ਬੰਦਾ ਜਾਗੀ ਸੁਰਤ ਦੇ ਨਾਲ ਇੱਕ ਓਅੰਕਾਰ ਵੀ ਕਹਿਣਾ ਹੋਵੇ ਨਾ ਤਾਂ ਬੜਾ ਕਠਿਨ ਹੈ। ਜਾਗੀ ਸੁਰਤ ਦੇ ਨਾਲ, ਜਾਗੀ ਸੁਰਤ ਦਾ ਮਤਲਬ ਹੁੰਦਾ ਹੈ ਕਿ ਜਿਸ ਚੀਜ਼ ਨੂੰ ਮੈਂ ਕਹਿ ਰਿਹਾ ਹਾਂ, ਜਦੋਂ ਮੈਨੂੰ ਸਾਹਮਣੇ ਨਜ਼ਰ ਆਉਂਦੀ ਹੈ ਉਵੇਂ ਮੈਂ ਉਸ ਤਰ੍ਹਾਂ ਦਾ ਰਹਿੰਦਾ ਨਹੀਂ। ਉਦਾਹਰਨ ਦੇ ਤੌਰ 'ਤੇ ਅਸੀਂ ਪੜ੍ਹਦੇ ਹਾਂ ਇੱਕ, ਇਹ ਸਾਰੀ ਸਿਰਜਣਾ ਇੱਕ ਤੋਂ ਹੀ ਹੈ। ਓਅੰਕਾਰ ਦਾ ਮਤਲਬ ਹੈ ਇਹ ਸਾਰੀ ਸਿਰਜਣਾ ਦੇ ਭਾਵੇਂ ਕਰੋੜਾਂ ਰੂਪ, ਅਸੰਖ ਰੂਪ, ਰੰਗ, ਆਕਾਰ ਬਣ ਜਾਣ, ਪਰ ਇਹਨਾਂ ਸਾਰਿਆਂ ਦੇ ਅੰਦਰ ਮੈਂ ਇੱਕ ਮਾਲਕ ਦੀ ਚਿੰਨਣਾ ਨੂੰ ਪ੍ਰਮੁੱਖ ਰੱਖਾਂਗਾ। ਭਾਵ ਕਿ ਇਹਦੀ ਸਮੱਸਿਆ ਮੈਂ ਤੁਹਾਨੂੰ ਧਾਰਮਿਕ ਤੌਰ 'ਤੇ ਦੱਸ ਦਿਆਂ ਕਿ ਇੱਕ ਓਅੰਕਾਰ ਦੀ ਜਦ ਪ੍ਰੈਕਟਿਸ ਸਾਡੇ ਜੀਵਨ 'ਚ ਨਹੀਂ ਹੁੰਦੀ ਤਾਂ ਅਸੀਂ ਕੀ ਕਰਦੇ ਹਾਂ?
ਅਸੀਂ ਕੀ ਕਰਦੇ ਹਾਂ ਉਦੋਂ, ਉਹਦਾ ਬੜਾ ਨਿਮਨ ਜਿਹਾ ਖਿਆਲ ਆਪਦੇ ਸਨਮੁਖ ਰੱਖਾਂ, ਸ਼ਾਇਦ ਉਚਿਤ ਨਾ ਲੱਗੇ, ਪਰ ਰੱਖਣਾ ਜ਼ਰੂਰੀ ਹੈ। ਜਦ ਇੱਕ ਓਂਕਾਰ ਦੇ ਨਾਲ ਸਾਡਾ ਜੀਵਨ ਇੱਕ ਸੁਰ ਨਹੀਂ ਹੁੰਦਾ, ਉਹਦਾ ਇੱਕ ਲੱਛਣ ਕੀ ਹੈ ਵੀ ਇੱਕ ਓਂਕਾਰ ਦੇ ਨਾਲ ਜੀਵਨ ਸਾਡਾ ਇੱਕ ਸੁਰ ਨਹੀਂ ਹੈ। ਉਹ ਲੱਛਣ ਇਹ ਹੈ ਕਿ ਜਦ ਕਿਤੇ, ਇਹ ਮੇਰੇ ਨਿੱਜ ਨਾਲ ਵਾਪਰਿਆ, ਮੈਂ ਤਾਂ ਸਾਂਝਾ ਕਰ ਰਿਹਾ, ਕਿ ਜਦ ਕਦੇ ਕਿਸੇ ਗੁਰ ਤਾਬਿਆ ਦੇ ਵਿੱਚ ਬੈਠੇ ਹੋਏ ਬੰਦੇ ਦੇ ਮੂੰਹ ਅੱਲਾ ਸ਼ਬਦ ਨਿਕਲ ਜਾਂਦਾ ਹੈ, ਇਹਦੇ 'ਤੇ ਵੀ ਇਤਰਾਜ਼ ਹੋ ਜਾਂਦਾ ਹੈ। ਰਾਮ ਭਗਵਾਨ ਸ਼ਬਦ ਨਿਕਲ ਗਿਆ, ਇਹਦੇ 'ਤੇ ਵੀ ਇਤਰਾਜ਼ ਹੋ ਜਾਂਦਾ ਹੈ। ਜਿਹੜੇ ਮਨੁੱਖ ਦੀ ਛੋਟੀ ਸੁਰਤ ਹੈ ਨਾ, ਗੁਰੂ ਸਾਹਿਬ ਨੇ ਕਿਹਾ ਵੀ ਇੱਕ ਸਿਰਜਣਹਾਰ ਹੈ, ਉਸ ਇੱਕ ਨੂੰ ਜਦੋਂ ਅਰਬ ਵਾਲੇ ਨੇ ਅੱਲਾ ਕਿਹਾ, ਭਾਰਤ ਵਾਲੇ ਨੇ ਭਗਵਾਨ ਕਹਿ ਦਿੱਤਾ, ਉਹਨੂੰ ਕਿਸੇ ਹੋਰ ਨੇ ਕੁਝ ਕਹਿ ਦਿੱਤਾ, ਪਰ ਹੈ ਇੱਕ। ਜਿਵੇਂ ਜਿਵੇਂ ਕਿਸੇ ਨੇ ਉਹਨੂੰ ਦੇਖਿਆ, ਜਿਵੇਂ ਜਿਵੇਂ ਬੁੱਝਿਆ, ਉਵੇਂ ਉਵੇਂ ਉਹਦਾ ਨਾਮ ਧਰ ਦਿੱਤਾ। ਅਤੇ ਇਹ ਨਾਮ ਅਸੀਂ ਧਰੇ ਨੇ, ਸਿਫਾਤੀ ਨਾਮ ਧਰੇ ਨੇ। ਮਾਲਕ ਤਾਂ ਅਨਾਮ ਹੈ, ਅਤੇ ਇਸ ਨਾਮ ਨੂੰ ਧਰਨ ਦੇ ਵਿੱਚ ਹੀ ਸਾਡਾ ਝਗੜਾ ਪੈਦਾ ਹੋ ਗਿਆ, ਅਤੇ ਅਸੀਂ ਉਹ ਦੂਜੇ ਦਾ ਨਾਮ ਲੈਣਾ ਨਹੀਂ ਚਾਹੁੰਦੇ ਜਿਹੜਾ ਦੂਜੇ ਨੇ ਲਿਆ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਬੰਦਗੀ ਦੇਖੋ, ਉਹ ਇੱਕ ਓਂਕਾਰ ਦੇ ਨਾਲ ਜੁੜੀ ਹੋਈ ਬੰਦਗੀ ਹੈ। ਸਾਡੀ ਬੰਦਗੀ ਦੇ ਵਿੱਚ ਕਿਤੇ ਮੈਂ ਕਿਸੇ ਦਫਾ ਜਾਣ ਬੁੱਝ ਕੇ ਕਿਸੇ ਨੂੰ ਕਹਿ ਦਿੱਤਾ ਜੀ ਉਸ ਤਰ੍ਹਾਂ ਹੀ ਕਿਸੇ ਦੂਜੇ ਮਜ਼ਹਬ ਦੇ ਅਨੁਸਾਰ ਮਾਲਕ ਦਾ ਨਾਮ ਉਹਦੇ ਸਾਹਮਣੇ ਲੈ ਦਿੱਤਾ। ਉਹਨੇ ਆਪਣੀ ਸਮੱਸਿਆ ਉਸੇ ਵੇਲੇ ਜ਼ਾਹਰ ਕਰ ਦਿੱਤੀ, ਕਹਿੰਦਾ ਤੁਸੀਂ ਤਾਂ ਸਿੱਖ ਹੋ। ਮੈਨੂੰ ਹੈਰਾਨਗੀ ਆਵੇ ਕਿ ਜੇ ਮੈਂ ਸਿੱਖ ਹਾਂ ਤਾਂ ਫਿਰ ਤਾਂ ਮੈਂ ਮਾਲਕ ਦੇ ਸਾਰੇ ਰੂਪਾਂ ਨੂੰ ਅਰਾਧਾਂਗਾ, ਕਿਉਂਕਿ ਗੁਰੂ ਸਾਹਿਬ ਨੇ ਕਿਹਾ ਵੀ ਮੇਰੀ ਬੰਦਗੀ ਕੀ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਇਲਾਹੇ। ਇਸ ਕਰਕੇ ਜਿਹੜਾ ਪਾਇਆ ਬ੍ਰਹਮ ਗਿਆਨ ਹੈ, ਉਸ ਸਥਿਤੀ ਦੇ ਵਿੱਚ ਮਾਲਕ ਦਾ ਕੋਈ ਨਾਮ ਲੈ ਲਏ, ਉਹਦੇ ਲਈ ਕੋਈ ਫਰਕ ਨਹੀਂ ਹੁੰਦਾ। ਅਤੇ ਸਾਡੀ ਅੱਜ ਸਮੱਸਿਆ ਹੈ ਕਿ ਸਿੱਖਾਂ ਦੀ ਜਿਹੜੀ ਅਧਿਆਤਮਿਕਤਾ ਹੈ, ਉਹ ਸ਼ਬਦਾਂ ਤੱਕ ਸੀਮਤ ਹੋਣ ਲੱਗ ਪਈ ਹੈ ਕਿ ਜੀ ਆਹ ਸ਼ਬਦ ਤੁਸੀਂ ਨਹੀਂ ਬੋਲਣਾ, ਅਤੇ ਫਿਰ ਇੱਕ ਓਂਕਾਰ ਰੋਜ਼ ਕਿਉਂ ਅਰਾਧਦੇ ਹੋ? ਜੇ ਤੁਹਾਡਾ ਜੀਵਨ ਹੀ ਉਹਦੇ ਨਾਲ ਇੱਕ ਸੁਰ ਨਹੀਂ ਹੋਣਾ, ਫਿਰ ਦੂਜੀ ਗੱਲ ਇਹ ਤਾਂ ਹੋ ਗਈ ਇੱਕ ਗੱਲ, ਇਹਦਾ ਦੂਜਾ ਲੱਛਣ ਹੋਰ ਰੱਖਦੇ ਹਾਂ। ਇੱਕ ਓਂਕਾਰ ਦੇ ਉਪਾਸਕ ਹੋ ਕੇ ਮਾਲਕ ਨੇ ਜਦੋਂ ਕਾਰ ਲਿਖੀ ਹੈ, ਉਹਦਾ ਭਾਵ ਹੈ ਕਿ ਧਰਤੀ 'ਤੇ ਜਿਸ ਵੀ ਢੰਗ ਨਾਲ ਪਰਮੇਸ਼ਰ ਦੀ ਸਮਝ ਪੈਦਾ ਹੋਏਗੀ, ਜਿਸ ਵੀ ਰੂਪ ਵਿੱਚ ਪੈਦਾ ਹੋਏਗੀ, ਸਿੱਖ ਉਹਦੇ ਹਾਇਰ ਰੂਪ ਦਾ ਅਨੁਭਵ ਅਦਬ ਜ਼ਰੂਰ ਕਰੇਗਾ। ਉਹਦੇ ਛੋਟੇ ਰੂਪਾਂ ਦਾ ਨਹੀਂ, ਉਹਦੇ ਹਾਇਰ ਰੂਪ ਦਾ। ਭਾਵ ਕਿ ਜਿਹੜੀ ਪੂਜਾ ਹੈ, ਜੇ ਕੋਈ ਬ੍ਰਾਹਮਣ ਸਾਰਿਆਂ ਦੇ ਅੰਦਰ ਮਾਲਕ ਦੀ ਜੋਤ ਨੂੰ ਜਾਣ ਕੇ ਉਹਦਾ ਅਦਬ ਪ੍ਰਗਟਾਉਂਦਾ ਹੈ, ਅਤੇ ਸਿੱਖ ਉਹਦਾ ਅਦਬ ਜ਼ਰੂਰ ਕਰੇਗਾ ਹੀ ਕਰੇਗਾ। ਜੇ ਉਹ ਧਰਤੀ ਦੇ ਛੋਟੇ ਪੂਜਾ ਦੇ ਰੈਲਮ ਬਣਾ ਕੇ ਮਨੁੱਖਤਾ ਨੂੰ ਵੰਡਦਾ ਹੈ, ਉਹਦੇ ਉੱਪਰ ਸਾਡਾ ਕਟਾਕਸ਼ ਉਂਝ ਉਹਦਾ ਅਦਬ ਹੀ ਹੈ। ਇਸ ਕਰਕੇ ਜਿਹੜੀ ਦੂਜੀ ਸਮੱਸਿਆ ਹੈ ਕਿ ਮਨੁੱਖ ਦੇ ਅੰਦਰ ਜਿਹੜੀਆਂ ਵੰਡਾਂ ਪੈਦਾ ਹੁੰਦੀਆਂ ਨੇ, ਅਸੀਂ ਇੱਕੋ ਸਰੂਪ ਹਾਂ। ਹੁਣ ਸਾਡੇ ਸਰੀਰਾਂ ਦਾ ਰੰਗ ਆਕਾਰ ਨਹੀਂ ਰਲੇਗਾ, ਪਰ ਸਾਡਾ ਆਤਮ ਸਰੂਪ ਇੱਕੋ ਜਿਹਾ ਹੈ। ਇਸ ਕਰਕੇ ਜੇ ਅਸੀਂ ਆਪਣੇ ਆਤਮ ਸਰੂਪ ਨੂੰ ਪ੍ਰਮੁੱਖ ਰੱਖ ਕੇ ਜਗਤ ਨਾਲ ਵਿਵਹਾਰ ਨਹੀਂ ਕਰਦੇ, ਤਾਂ ਕੀ ਹੋਏਗਾ ਕਿ ਅਸੀਂ ਇੱਕ ਓਂਕਾਰ ਨੂੰ ਠੀਕ ਢੰਗ ਨਾਲ ਮੱਥਾ ਫਿਰ ਨਹੀਂ ਟੇਕਿਆ। ਜਦ ਇਸਲਾਮ ਦੀ ਸਥਾਪਨਾ ਹੋਈ ਨਾ, ਤਾਂ ਪਹਿਲੀ ਜਿਹੜੀ ਅਜ਼ਾਨ ਦੇਣੀ ਸੀ, ਅਜ਼ਾਨ ਦਾ ਮਤਲਬ ਹੁੰਦਾ ਹੈ ਕਿ ਜਦ ਨਮਾਜ਼ ਸ਼ੁਰੂ ਹੋਣ ਲੱਗਦੀ ਹੈ, ਉਸ ਤੋਂ 3, 4, 5 ਮਿੰਟ ਪਹਿਲਾਂ ਇੱਕ ਸੱਦਾ ਦਿੱਤਾ ਜਾਂਦਾ ਹੈ ਵੀ ਨਮਾਜ਼ ਸ਼ੁਰੂ ਹੋਣ ਵਾਲੀ ਹੈ। ਇਹ ਮੋਮਨੋ, ਇਹ ਸੱਚੇ ਦੀਨ ਦੇ ਮਾਲਕੋ, ਤੁਸੀਂ ਦੀਨ ਨੂੰ ਕਮਾਉਣ ਵਾਲਿਓ, ਤੁਸੀਂ ਮਸਜਿਦ ਵੱਲ ਚੱਲ ਆਓ। ਅਜ਼ਾਨ ਇਹਨੂੰ ਕਹਿੰਦੇ ਨੇ। ਅਤੇ ਜਿਹਦੇ ਉੱਪਰ ਚੜ੍ਹ ਕੇ ਕਹਿੰਦੇ ਨੇ, ਉਹਨੂੰ ਮੈਂਬਰ ਕਹਿੰਦੇ ਨੇ, ਕਿਉਂਕਿ ਸਾਨੂੰ ਥੋੜ੍ਹਾ ਸ਼ਬਦਾਵਲੀ ਦਾ ਵੀ ਚਲੋ ਗਿਆਨ ਹੋ ਜਾਏ ਕਿ ਦੂਜੇ ਧਰਮ ਦਾ ਅਦਬ ਕਰਨਾ। ਉਹ ਜਦੋਂ ਪਹਿਲੀ ਦਫਾ ਅਜ਼ਾਨ ਦੇਣੀ ਸੀ, ਤਾਂ ਹੁਣ ਇਸਲਾਮ ਤਾਂ ਸਥਾਪਿਤ ਹੋ ਚੁੱਕਾ ਸੀ। ਹੁਣ ਪਹਿਲੀ ਦਫਾ ਅਜ਼ਾਨ ਦੇਣੀ ਹੈ, ਨਮਾਜ਼ ਦਾ ਸਿਲਸਿਲਾ ਸ਼ੁਰੂ ਹੋਣਾ ਹੈ। ਤਾਂ ਮਹਾਤਮਾ ਬੁੱਧ ਨੇ ਜਿਹੜਾ ਉਹ ਹਜ਼ਰਤ ਮੁਹੰਮਦ ਸਾਹਿਬ ਨੇ, ਹਜ਼ਰਤ ਮੁਹੰਮਦ ਸਾਹਿਬ ਦੇ ਸਾਹਮਣੇ ਚੋਣ ਸੀ ਕਿ ਪਹਿਲੀ ਅਜ਼ਾਨ ਕੌਣ ਦੇਵੇ। ਉਹਨਾਂ ਦਾ ਬੜਾ ਪਿਆਰਾ ਇੱਕ ਸੇਵਕ ਸੀ, ਉਹਨਾਂ ਦਾ ਪਿਆਰਾ ਇੱਕ ਅਨੁਯਾਈ ਸੀ, ਬਿਲਾਲ ਸੈਯਦ। ਉਹ ਅਫਰੀਕਨ ਮੂਲ ਦਾ ਸੀ, ਉਹਦੇ ਚਮੜੀ ਦਾ ਰੰਗ ਬਹੁਤ ਜ਼ਿਆਦਾ ਕਾਲਾ ਸੀ। ਜਿਹੜੇ ਅਰਬ ਦੇ ਲੋਕ ਸਨ, ਇਹਨਾਂ ਦੀ ਚਮੜੀ ਗੋਰੀ ਹੁੰਦੀ ਹੈ। ਜਦੋਂ ਹਜ਼ਰਤ ਮੁਹੰਮਦ ਸਾਹਿਬ ਨੇ ਕਹਿ ਦਿੱਤਾ ਕਿ ਪਹਿਲੀ ਅਜ਼ਾਨ ਜਿਹੜੀ ਹੈ ਬਿਲਾਲ ਸੈਯਦ ਦੇਵੇਗਾ, ਤਾਂ ਇੱਥੇ ਇਤਰਾਜ਼ ਖੜਾ ਹੋ ਗਿਆ। ਅਜੇ ਕੱਲ੍ਹ ਦੀਨ ਸ਼ੁਰੂ ਹੋਇਆ, ਅੱਜ ਹੀ ਇਤਰਾਜ਼ ਸ਼ੁਰੂ ਹੋ ਗਿਆ। ਇੱਥੋਂ ਪਤਾ ਲਗਾ ਲਓ ਕਿ ਦੁਨੀਆ ਦੇ ਵਿੱਚ ਜਿਹੜੀ ਮਨੁੱਖ ਦੀ ਮਨ ਦੀ ਵੰਡ ਹੈ, ਉਹ ਕਿੰਨੀ ਜ਼ੋਰਾਵਰ ਹੁੰਦੀ ਹੈ। ਉਹਨਾਂ ਕਿਹਾ ਕਿ ਬਿਲਾਲ ਸੈਯਦ ਅਜ਼ਾਨ ਦੇਵੇਗਾ।
ਉਹਨਾਂ ਨੂੰ ਇਹ ਗੱਲ ਨਹੀਂ ਪ੍ਰਵਾਨ ਹੋਈ ਕਿ ਇੱਕ ਅਫਰੀਕਨ ਮੂਲ ਦਾ ਹਬਸ਼ੀ ਕਿਸਮ ਦਾ ਬੰਦਾ ਜਿਹਦੀ ਚਮੜੀ ਦਾ ਰੰਗ ਇੰਨਾ ਕਾਲਾ ਹੈ, ਇਹ ਸਾਡੀ ਅਜਾਨ ਦੇਵੇਗਾ। ਉਹਨਾਂ ਨੇ ਇਤਰਾਜ਼ ਕਰ ਦਿੱਤਾ, ਪਰ ਫਿਰ ਵੀ ਉਹਦੇ ਬਾਵਜੂਦ ਉਹਨਾਂ ਨੇ ਅਜਾਨ ਦਿੱਤੀ। ਅਤੇ ਉਹਦੀ ਅਜਾਨ ਦੇ ਵਿੱਚ ਕਹਿੰਦੇ ਇੰਨਾ ਰਸ ਸੀ ਕਿ ਜਿਹੜਾ ਬੰਦਾ ਬੇਦੀਨ ਹੁੰਦਾ ਸੀ, ਬੇਦੀਨ ਦਾ ਮਤਲਬ ਜਿਹਦੇ ਅੰਦਰ ਰੱਬ ਦੀ ਬੰਦਗੀ ਕਰਨ ਦਾ ਕੋਈ ਇੱਕ ਫੁਰਨਾ ਮਾਤਰ ਵੀ ਚਾਅ ਨਹੀਂ ਸੀ ਹੁੰਦਾ, ਉਹਦੇ ਅੰਦਰ ਵੀ ਨਮਾਜ਼ ਕਰਨ ਦਾ ਚਾਅ ਪੈਦਾ ਹੋ ਜਾਂਦਾ ਸੀ। ਅਤੇ ਕਹਿੰਦੇ ਉਹ ਫਿਰ ਕੁਝ ਦਿਨਾਂ ਬਾਅਦ ਉਹਨਾਂ ਨੇ ਹਟਾ ਦਿੱਤਾ, ਕਿਸੇ ਹੋਰ ਬੰਦੇ ਨੂੰ ਲਾਤਾ ਕਿ ਇਹ ਅਜਾਨ ਦੇਵੇਗਾ। ਜਦੋਂ ਹੋਰ ਕੋਈ ਦੇਣ ਲੱਗਾ ਉਵੇਂ ਦਾ ਰਸ ਨਾ ਬਣੇ ਤਾਂ ਫਿਰ ਹਾਰ ਕੇ ਜਦੋਂ ਕਿਹਾ ਕਿ ਜੀ ਜੇ ਅਜਾਨ ਦੇ ਵਿੱਚ ਹੀ ਅਸਰ ਨਾ ਹੋਇਆ ਤਾਂ ਲੋਕ ਨਮਾਜ਼ ਨਾਲ ਕਿਵੇਂ ਜੁੜਨਗੇ, ਤਾਂ ਫਿਰ ਜੇ ਹਰਜ ਮੁਹੰਮਦ ਸਾਹਿਬ ਨੇ ਕਿਹਾ ਕਿ ਉੱਥੇ ਇੱਕ ਪੂਰੀ ਵੱਡੀ ਸਟੋਰੀ ਹੈ, ਮੈਂ ਸੰਖੇਪ ਹੀ ਰੱਖ ਰਿਹਾ। ਉਹ ਕਹਿੰਦੇ ਕਿ ਫਿਰ ਜਿਹੜੀ ਅਜਾਨ ਹੈ ਉਹ ਤਾਂ ਬਿਲਾਲ ਸੈਯਦ ਹੀ ਦੇਵੇਗਾ। ਇਸ ਕਰਕੇ ਮੈਂ ਗੱਲ ਤਾਂ ਕੀਤੀ ਕਿ ਸਾਡਾ ਅੱਜ ਜਿਹੜੀ ਸਾਡੇ ਰੇਸ਼ੀਅਲ ਫਨੋਮਨਾ ਵੀ ਸਿੱਖਾਂ ਦੇ ਵਿੱਚ ਵੜਦਾ ਜਾ ਰਿਹਾ ਹੈ। ਪਿਛਲੇ ਸਮੇਂ 'ਚ ਅਸੀਂ ਦੇਖਿਆ ਸੱਚਖੰਡ ਸਾਹਿਬ ਵਰਗੀ ਥਾਂ 'ਤੇ ਵੀ ਇਹ ਚੀਜ਼ ਵਾਪਰੀ। ਇਸ ਕਰਕੇ ਜੇ ਤੁਸੀਂ ਇੱਕ ਓਂਕਾਰ ਨੂੰ ਮੱਥਾ ਟੇਕ ਰਹੇ ਹੋ, ਤੁਸੀਂ ਧਰਤੀ ਦੀ ਕਿਸੇ ਵੰਡ ਨੂੰ ਮੁਕਤਾ ਨਹੀਂ ਦੇ ਸਕਦੇ, ਮਾਲਕ ਦੇ ਨਾਵਾਂ ਦੀ ਨਹੀਂ ਦੇ ਸਕਦੇ, ਮਨੁੱਖ ਦੇ ਰੂਪਾਂ ਨੂੰ ਨਹੀਂ ਦੇ ਸਕਦੇ, ਧਰਮ ਦੀ ਮਰਜ਼ਾਦਾ ਨੂੰ ਨਹੀਂ ਦੇ ਸਕਦੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਇਆ ਬ੍ਰਹਮ ਗਿਆਨ, ਜਿਹੜਾ ਬ੍ਰਹਮ ਗਿਆਨੀ ਉਹੀ ਅਸਲ 'ਚ ਸੁਖੀ ਹੈ। ਕਿਉਂਕਿ ਧਰਮਾਂ ਦਾ ਵੀ ਤਾਂ ਆਪਣਾ ਇੱਕ ਟਕਰਾਅ ਚੱਲਦਾ ਹੈ, ਉਹ ਦੂਜਾ ਇੱਕ ਦੂਜੇ ਨੂੰ ਦਬਾਉਣ 'ਤੇ ਚੱਲਿਆ ਹੋਇਆ ਹੈ। ਤਾਂ ਕਈ ਵਾਰੀ ਤਾਂ ਜਦ ਦੇਖੀਦਾ ਸਾਰੇ ਅੱਜ ਖਾਸ ਕਰਕੇ ਧਰਮ ਦੀ ਸਮਝ ਸਾਰਿਆਂ ਦੀ ਇਕੱਠੀ, ਮੈਂ ਇੱਕ ਦਿਨ ਕੁਝ ਬੈਠਿਆ ਇੱਕ ਖਿਆਲ ਬਣਾਇਆ ਕਿ ਜਿਹੜਾ ਅੱਜ ਸਾਰੇ ਧਰਮਾਂ ਦੀ, ਮੈਂ ਇਕੱਲੀ ਇੱਕ ਪੰਥ ਦੀ ਗੱਲ ਨਹੀਂ ਕਰ ਰਿਹਾ, ਮੈਂ ਸਾਰੇ ਦੇਖਦਾ ਰਹਿੰਦਾ ਅਕਸਰ ਕੀ ਚੱਲ ਰਿਹਾ ਦੂਜੇ ਧਰਮਾਂ ਦੇ ਵਿੱਚ ਵੀ, ਦੂਜੇ ਪੰਥਾਂ ਦੇ ਵਿੱਚ ਵੀ। ਅੱਜ ਸਾਰੇ ਧਰਮਾਂ ਦੀ ਹਾਲਤ ਪਤਾ ਕੀ ਬਣੀ ਪਈ ਹੈ ਕਿ ਜਿਵੇਂ ਕਿਸੇ ਆਮ ਜਿਹੜਾ ਸ਼ਹਿਰਾਂ ਦੇ ਵਿੱਚ ਬਾਜ਼ਾਰ ਹੁੰਦਾ, ਜਿਹਨੂੰ ਸਸਤੇ ਕੱਪੜੇ ਦਾ ਬਾਜ਼ਾਰ ਕਹਿੰਦੇ ਨੇ, ਉੱਥੇ ਵਿਚਾਰਾ ਇੱਕ ਬੰਦਾ ਵੜ ਜਾਂਦਾ ਕਿਤੇ ਸੈਰ ਦੇ ਨੁਕਤੇ ਤੋਂ, ਅਤੇ ਉਹਦੀ ਬਾਂਹ ਫੜ ਕੇ ਕਹਿੰਦੇ ਨੇ ਮੇਰੀ ਵਸਤ ਚੰਗੀ ਹੈ, ਸਸਤੀ ਹੈ, ਪਾਲਾ। ਇਸ ਤਰ੍ਹਾਂ ਕਰਦੇ ਨੇ, ਸ਼ਾਇਦ ਆਪ ਜੀ ਨੇ ਦੇਖਿਆ ਹੋਵੇ, ਜਿਹਨੂੰ ਅਸੀਂ ਚੋਰ ਬਾਜ਼ਾਰ ਕਹਿੰਦੇ। ਉਹੋ ਜਿਹੀ ਥਾਵਾਂ 'ਤੇ ਚੱਲ ਜਾਈਏ ਨਾ ਤਾਂ ਉਹ ਚੀਜ਼ਾਂ ਵੇਚਣ ਵਾਲੇ ਤੁਹਾਡੇ ਅੱਗੇ ਚੀਜ਼ਾਂ ਬੜਕਾ ਕੇ ਮਾਰਨਗੇ ਅਤੇ ਉਹਦਾ ਰੇਟ ਘੱਟ ਕਰੀ ਜਾਣਗੇ ਕਿ ਮੇਰੀ ਚੀਜ਼ ਲੈ ਬਸ। ਅੱਜ ਸਾਡੇ ਸਾਰੇ ਪੰਥਾਂ ਦੀ ਇਹ ਹਾਲਤ ਬਣੀ ਪਈ ਹੈ। ਇਹ ਪੂਰੇ ਵਰਲਡ ਦੀ ਸਮੱਸਿਆ ਹੈ ਕਿ ਉਹ ਆਪਣੀ ਚੀਜ਼ ਦੀ ਅਨੁਭਵ ਨਹੀਂ ਦੱਸ ਰਿਹਾ, ਉਂਝ ਹੀ ਕਹਿ ਰਿਹਾ ਅਸੀਂ ਚੰਗੇ ਹਾਂ ਲੈ। ਅਤੇ ਉਹਦੇ ਅੰਦਰ ਜਿਹੜੀ ਮਨੁੱਖਤਾ ਨੂੰ ਜੋੜਨ ਦੀ ਤਬੀਅਤ ਹੈ ਉਹ ਮਨੁੱਖ ਦੀ ਛੁੱਟ ਗਈ ਹੈ। ਗੁਰੂ ਨਾਨਕ ਸਾਹਿਬ ਦਾ ਸਰੂਪ ਦੇਖੋ, ਗੁਰੂ ਨਾਨਕ ਸਾਹਿਬ ਜੀ ਨੇ ਇਕੱਲਾ ਇੱਕ ਓਂਕਾਰ ਉਚਾਰਿਆ ਨਹੀਂ, ਗੁਰੂ ਨਾਨਕ ਸਾਹਿਬ ਜੀ ਦਾ ਸਾਰਾ ਜੀਵਨ ਹੀ ਓਂਕਾਰੀ ਹੈ। ਓਂਕਾਰੀ ਦਾ ਭਾਵ ਕੀ ਹੈ ਕਿ ਜਿਸ ਵਰਗ ਨੂੰ ਕਿਸੇ ਨੁਕਤੇ ਤੋਂ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਜਾਂ ਨਹੀਂ ਕਰਦਾ ਸਮਾਜ ਜਾਂ ਧਰਮ ਨਹੀਂ ਕਰਦਾ, ਗੁਰੂ ਨਾਨਕ ਸਾਹਿਬ ਉਹਨੂੰ ਆਪਣੀ ਜ਼ਿੰਦਗੀ ਭਰ ਨਾਲ ਰੱਖਦੇ ਨੇ। ਇਸ ਕਰਕੇ ਇੱਕ ਓਂਕਾਰ ਨੂੰ ਨਮਸ਼ ਕਰਨਾ ਵੀ ਬੜੀ, ਮੈਂ ਸ਼ੁਰੂ 'ਚ ਕਿਹਾ ਜਾਗੀ ਸੁਰਤ ਵਾਲਾ ਬੰਦਾ ਇੱਕ ਓਂਕਾਰ ਵੀ ਕਹੇਗਾ ਅਤੇ ਉਹਦੇ ਅੰਦਰ ਇੱਕ ਬੜੀ ਸਮੱਸਿਆ ਪੈਦਾ ਹੋਏਗੀ ਕਿ ਮੈਂ ਇਹਦੇ ਅਨੁਸਾਰ ਹਾਂ ਕਿ ਨਹੀਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਇਆ ਬ੍ਰਹਮ ਗਿਆਨ। ਹੁਣ ਭਗਤ ਕਬੀਰ ਸਾਹਿਬ ਜੀ ਦੇ ਸ਼ਬਦਾਂ ਦੇ ਵਿੱਚ ਜ਼ਿਕਰ ਆਉਂਦਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਬ੍ਰਹਮ ਦਾ ਗਿਆਨ ਪ੍ਰਾਪਤ ਹੋਇਆ ਕਿ ਅਸਲ ਮਾਲਕ ਦਾ ਨੂਰ, ਇਸ ਕਰਕੇ ਉਹਨਾਂ ਨਾਲ ਏਕ ਨੂਰ ਤੇ ਸਭ ਜਗ ਉਪਜਿਆ। ਭਗਤ ਕਬੀਰ ਸਾਹਿਬ ਜੀ ਨੇ ਘੁਮਾਰ ਦੀ ਉਦਾਹਰਣ ਦਿੱਤੀ ਹੈ। ਹੁਣ ਘੁਮਾਰ ਭਾਂਡੇ ਘੜਦਾ ਹੈ, ਬਣਾਉਂਦਾ ਹੈ, ਉਹਦਾ ਚੱਕ ਇੱਕੋ ਹੈ, ਉਹਦੀ ਮਿੱਟੀ ਇੱਕੋ ਹੈ, ਉਹਦੀ ਤਪਾਉਣ ਵਾਲੀ ਭੱਠੀ ਇੱਕੋ ਹੈ, ਉਹਨਾਂ ਨੂੰ ਹੱਥ ਦੇਣ ਵਾਲੇ ਉਹਦੇ ਆਕਾਰ ਵੀ ਇੱਕੋ ਨੇ, ਹੱਥ ਵੀ ਇੱਕੋ ਨੇ, ਪਰ ਜਿਹੜੇ ਸਾਰੇ ਭਾਂਡੇ ਬਣਨੇ ਉਹਨਾਂ ਦੇ ਰੂਪ ਵੱਖੋ ਵੱਖਰੇ ਨੇ। ਅਤੇ ਸਾਡੀ ਜਿਹੜੀ ਸਮੱਸਿਆ ਹੈ ਉਹ ਕੀ ਹੁੰਦੀ ਹੈ ਕਿ ਅਸੀਂ ਭਾਂਡਿਆਂ ਦੇ ਉੱਪਰ ਜਿਹੜਾ ਧਿਆਨ ਕਰ ਲੈਂਦੇ ਹਾਂ ਤਾਂ ਅਸੀਂ ਇਹ ਨਹੀਂ ਸਮਝਦੇ ਕਿ ਇਹ ਮੂਲ ਇੱਕ 'ਚੋਂ ਪੈਦਾ ਹੋਏ ਨੇ। ਇਹ ਇੱਕੋ ਚੱਕ ਤੋਂ ਹੀ ਉਹੀ ਬਰਤਨ, ਉਹੀ ਸਾਰਾ ਕੁਝ ਬਣਿਆ ਹੈ, ਮਿੱਟੀ ਵੀ ਇੱਕ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਨਾ, ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਇਆ ਬ੍ਰਹਮ ਗਿਆਨ। ਜਦੋਂ ਬ੍ਰਹਮ ਦਾ ਗਿਆਨ ਪ੍ਰਾਪਤ ਹੋਇਆ ਤਾਂ ਫਿਰ ਸਾਰਿਆਂ ਦੇ ਅੰਦਰ ਇੱਕੋ ਹੋਣ ਦੀ ਸੋਝੀ ਆਈ। ਤਾਂ ਇਸ ਕਰਕੇ ਹੁਣ ਮਨੁੱਖ ਕਹੇਗਾ ਜੀ ਧਰਮ ਤਾਂ ਇੰਨੇ ਨੇ, ਫਿਰ ਮਨੁੱਖ ਦੇ ਇੱਕ ਹੋਣ ਦੀ ਪ੍ਰਤੀਤ ਕੀ ਹੈ? ਹਰੇਕ ਧਰਮ ਨੇ ਜਿਹੜੀ ਪਰਮੇਸ਼ਰ ਦੀ, ਅਕਾਲ ਪੁਰਖ ਦੀ ਕੰਸੈਪਸ਼ਨ ਕੀਤੀ ਹੈ ਉਹ ਉਹਨੇ ਇਸ ਤਰ੍ਹਾਂ ਦੀ ਕੀਤੀ ਹੈ। ਇਸ ਕਰਕੇ ਜਦੋਂ ਧਰਮਾਂ ਦੀ ਸਾਂਝੀਵਾਲਤਾ ਬਣੇਗੀ ਤਾਂ ਉਦੋਂ ਮਨੁੱਖ ਮਾਲਕ ਦੇ ਪਰਮ ਸਰੂਪ ਨੂੰ ਧਿਆਨ 'ਚ ਰੱਖ ਕੇ ਹੋਏਗੀ, ਜਾਂ ਆਪੋ ਆਪਣੇ ਧਰਮ ਪੈਗੰਬਰਾਂ ਦੇ ਹਿਸਾਬ ਨਾਲ
ਨਹੀਂ ਹੋਏਗੀ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਇਆ ਬ੍ਰਹਮ ਗਿਆਨ। ਜਦ ਬ੍ਰਹਮ ਗਿਆਨ ਉਤਪਤ ਹੋਇਆ ਤਾਂ ਫਿਰ ਸਮਝਿਆ ਕਿ ਜਿਸ ਨੂਰ ਤੋਂ ਮੈਂ ਪੈਦਾ ਹੋਇਆ ਉਹ ਵੀ ਇਸੇ ਨੂਰ ਤੋਂ ਪੈਦਾ ਹੋਇਆ। ਜਿਸ ਆਕਾਰ, ਮੇਰਾ ਆਕਾਰ ਵੱਖਰਾ ਹੈ, ਇਹਦਾ ਵੱਖਰਾ ਹੈ, ਆਕਾਰਾਂ ਦੇ ਰੂਪਾਂ ਰੰਗਾਂ ਦੇ। ਤਾਂ ਕਰਕੇ ਜਿਹੜਾ ਅਸੀਂ ਜਾਪ ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ ਨਾ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ, ਉਹ ਇਸ ਕਰਕੇ ਕਿਹਾ ਗਿਆ ਹੈ ਕਿ ਮਨੁੱਖ ਤੇਰੇ ਅੰਦਰ ਇਹਨਾਂ ਚੀਜ਼ਾਂ ਨੇ ਬੜਾ ਗਹਿਰਾ ਦਖਲ ਦਿੱਤਾ ਹੋਇਆ ਹੈ, ਬਹੁਤ ਜ਼ਿਆਦਾ ਦਖਲ ਦਿੱਤਾ ਹੈ। ਕੋਈ ਇਹਨਾਂ ਤੋਂ ਜਰਾ ਜਿੰਨਾ ਬਾਹਰ ਹੁੰਦਾ ਹੈ ਤੂੰ ਉਹਨੂੰ ਪ੍ਰਵਾਨ ਹੀ ਨਹੀਂ ਕਰਦਾ। ਇਸ ਕਰਕੇ ਜੇ ਤੂੰ ਮਾਲਕ ਦਾ ਸਰੂਪ ਵੀ ਤੈਨੂੰ ਕਿਸੇ ਵੰਡ ਵਾਲਾ ਦੇ ਤਾ, ਕੋਈ ਖਾਸ ਤਰ੍ਹਾਂ ਦਾ ਸਰੂਪ ਤੈਨੂੰ ਅਕਾਲ ਪੁਰਖ ਦਾ ਦੱਸ ਦਿੱਤਾ, ਅਤੇ ਤੂੰ ਉਹਦੇ ਅਨੁਸਾਰ ਸੀਮਤ ਹੋ ਜਾਣਾ ਅਤੇ ਧਰਤੀ 'ਤੇ ਫਿਰ ਉਹਨੂੰ ਕਰਨਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਾਇਆ ਬ੍ਰਹਮ ਗਿਆਨ। ਜਦੋਂ ਬ੍ਰਹਮ ਸਰੂਪ ਦਾ ਗਿਆਨ ਹੋਇਆ, ਅੰਤਰੀਵ ਸਮਝ ਆਈ, ਜਿਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ। ਹੁਣ ਜਿਹੜੇ ਬ੍ਰਹਮ ਗਿਆਨ ਵਾਲੇ ਭਾਵ ਵਾਲੇ ਹਨ, ਉਹਨਾਂ ਦਾ ਇੱਕ ਪ੍ਰਮਾਣ ਆਪਦੇ ਸਨਮੁਖ ਹੋਰ ਰੱਖਦੇ ਹਾਂ। ਧਰਮਾਂ ਦੇ ਅਭਿਆਸ ਚੱਲੇ ਧਰਤੀ 'ਤੇ। ਜਿਹਨੂੰ ਪੱਛਮ ਦੇ ਵਿੱਚ ਅੱਲਾਹ ਤਾਲਾ ਦਾ ਨੂਰ ਨਜ਼ਰ ਆਇਆ, ਉਹਨੇ ਪੱਛਮ ਨੂੰ ਸਜਦਾ ਕਰ ਦਿੱਤਾ। ਜਿਹਨੂੰ ਪੂਰਬ ਦੇ ਵਿੱਚ ਆਇਆ, ਉਹਨੇ ਪੂਰਬ ਨੂੰ ਕਰ ਦਿੱਤਾ। ਇਹਦੇ ਵਿੱਚ ਕੋਈ ਸਮੱਸਿਆ ਨਹੀਂ ਸੀ, ਜਿੱਥੇ ਵੀ ਉਹ ਸਭ ਜਗ੍ਹਾ ਵਿਆਪਕ ਹੈ। ਪਰ ਕੀ ਹੋਇਆ ਕਿ ਇੱਕ ਸਮਾਂ ਇਹ ਆਇਆ ਕਿ ਇਹਨਾਂ ਨੂੰ ਪੱਛਮ ਅਤੇ ਪੂਰਬ ਵਿੱਚ ਮਾਲਕ ਨੂੰ ਮੰਨਣ ਵਾਲੇ ਆਪਸ ਦੇ ਵਿੱਚ ਬੁਰੀ ਤਰ੍ਹਾਂ ਖਹਿਣ ਲੱਗ ਪਏ, ਅਤੇ ਉਹ ਉਹਨਾਂ ਨੂੰ ਕਾਫਰ, ਉਹ ਉਹਨਾਂ ਨੂੰ ਮਲੇਸ਼ ਕਹਿਣ ਲੱਗ ਪਏ। ਇਸ ਤਰ੍ਹਾਂ ਕਰਕੇ ਚੱਲਣ ਲੱਗ ਪਿਆ ਧਰਤੀ 'ਤੇ ਸਿਲਸਿਲਾ। ਪਰ ਮਾਲਕ ਤਾਂ ਇੱਕੋ ਹੈ, ਤਾਂ ਮਨੁੱਖ ਨੇ ਆਪਣਾ ਛੋਟਾਪਣ ਪੈਦਾ ਕੀਤਾ ਹੋਇਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ ਬ੍ਰਹਮ ਗਿਆਨ ਵਾਲੇ ਹੁੰਦੇ ਹਨ, ਉਹ ਸਾਰੀਆਂ ਦਿਸ਼ਾਵਾਂ 'ਚ ਮਾਲਕ ਨੂੰ ਆਰਾਧ ਦਿੰਦੇ ਹਨ। ਭੀਖਣ ਸ਼ਾਹ ਵਰਗੇ ਚੜ੍ਹਦੇ ਨੂੰ ਵੀ ਸਜਦਾ ਕਰ ਦਿੰਦੇ ਹਨ। ਕਿਉਂਕਿ ਉਹ ਬ੍ਰਹਮ ਗਿਆਨ ਵਾਲੇ ਬੰਦੇ ਹਨ। ਉਹਨਾਂ ਨੂੰ ਇਹ ਨਹੀਂ ਕਿ ਸਾਨੂੰ ਇਕੱਲਾ ਜਿਹੜਾ ਪੱਛਮ ਵਾਲੀ ਸਜਦਾ ਕਰਾਂਗੇ ਤਾਂ ਹੀ ਸੱਚੇ ਮੋਮਨ ਰਹਾਂਗੇ। ਉਹ ਚੜ੍ਹਦੇ ਨੂੰ ਵੀ ਸਜਦਾ ਕਰ ਦਿੰਦੇ ਹਨ। ਤਾਂ ਇਸ ਕਰਕੇ ਹੁਣ ਜਦੋਂ ਸਾਈਂ ਮੀਆਂ ਮੀਰ ਵਰਗੇ ਹਰਿਮੰਦਰ ਸਾਹਿਬ ਦੀ ਸਰਜ਼ਮੀਨ 'ਤੇ ਨਮਸਕਾਰ ਕਰਦੇ ਹੋਣਗੇ, ਭਾਵੇਂ ਉਹਦਾ ਮੁੱਖ ਪੱਛਮ ਨੂੰ ਹੈ, ਪਰ ਉਹਦੀ ਨਮਸਕਾਰ ਤਾਂ ਚੜ੍ਹਦੇ ਨੂੰ ਬਣਦੀ ਹੈ। ਇਸ ਕਰਕੇ ਉਹ ਮੋਮਨ ਹੋ ਕੇ ਵੀ ਚੜ੍ਹਦੇ ਨੂੰ ਸਜਦਾ ਕਰ ਰਿਹਾ। ਪਾਇਆ ਬ੍ਰਹਮ ਗਿਆਨ, ਕਿ ਜਿਨ੍ਹਾਂ ਨੇ ਕਮਾਇਆ ਉਹ ਧਰਮ। ਇਸ ਕਰਕੇ ਅੱਜ ਤਾਂ ਇਹ ਮੈਂ ਗੱਲ 'ਤੇ ਥੋੜ੍ਹਾ ਜ਼ੋਰ ਦਿੱਤਾ ਅੱਜ, ਕਿ ਅੱਜ ਇਹ ਚੀਜ਼ ਬਹੁਤ ਪ੍ਰਭਾਵਿਤ ਕਰ ਰਹੀ ਹੈ। ਕਿ ਦੇਖਦਾ ਕਥਾ ਦੇ ਡਿਸਕੋਰਸ ਦੇਖਦਾ ਰਹਿੰਦਾ, ਉਹਦੇ ਵਿੱਚ ਸਾਡੇ ਪੰਥ ਨੂੰ ਕਲੋਜ਼ ਕੀਤਾ ਜਾ ਰਿਹਾ। ਮੈਂ ਆਰੰਭ ਜ਼ਿਕਰ ਕਰਦਾ ਕਿ ਅੱਲਾ ਸ਼ਬਦ ਤੋਂ ਹੀ ਇਤਰਾਜ਼ ਪੈਦਾ ਹੋ ਗਿਆ ਕਿ ਤੁਸੀਂ ਕਹਿ ਕਿਉਂ ਦਿੱਤਾ ਹੈ। ਇਸ ਕਰਕੇ ਅਸੀਂ ਛੋਟੇ ਛੋਟੇ ਰੂਪਾਂ 'ਚ ਵੰਡੇ ਜਾ ਰਹੇ ਹਾਂ। ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਪਾਇਆ ਬ੍ਰਹਮ ਗਿਆਨ, ਉਦੋਂ ਧਰਤੀ ਦੀ ਕੋਈ ਟੈਨਸ਼ਨ ਸਾਡੇ ਲਈ ਨਾ ਰਹੀ, ਕਿਉਂਕਿ ਅਸੀਂ ਤਾਂ ਉਸ ਸਿਰਜਣਹਾਰ ਦੇ ਨਾਲ ਜੁੜ ਗਏ ਹਾਂ। ਅਤੇ ਜਿਹੜਾ ਹੈ ਹੀ ਇੱਕੋ, ਇਹ ਵੱਖਰੀ ਗੱਲ ਹੈ, ਮਨੁੱਖ ਉਹਦੀ ਫਿਤਰਤ ਤੋੜ ਦਿੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਜਿਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ। ਕਹਿੰਦੇ ਇਸ ਕਰਕੇ ਜਿਹੜਾ ਹੈ ਮਾਇਆ ਦੀ ਇਸ ਅਗਨ ਨੇ ਜਿਸ ਸਾਰੇ ਜਗਤ ਨੂੰ ਸਾੜ ਦਿੱਤਾ। ਸਾਰੇ ਜਗਤ ਨੂੰ ਸਾੜਨ ਦਾ ਮਤਲਬ ਕਿ ਜਿਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਸਿਰਜਣਹਾਰ ਇੱਕੋ ਹੈ ਅਤੇ ਉਹਦੀ ਰਚਨਾ ਇੱਕ ਹੈ, ਉਹਨੇ ਆਪਣੀ ਰਚਨਾ ਦੇ ਵਿੱਚ ਭੇਦ ਪੈਦਾ ਕੀਤਾ ਹੋਇਆ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਗ ਜਾਰਿਆ, ਜਿਹਦੇ ਕਰਕੇ ਸਾਰਾ ਜਗਤ ਸੜ ਗਿਆ। ਭਾਵ ਦਵੈਸ਼ ਦੀ ਅੱਗ ਵਿੱਚ, ਦਵੈਤ ਦੀ ਅਗਨ ਵਿੱਚ। ਕਹਿੰਦੇ ਸੋ ਜਨ ਕੇ ਉਦਕ ਸਮਾਨ, ਉਹ ਹਰੀ ਜਨ ਦੇ ਲਈ, ਪਰਮੇਸ਼ਰ ਦੇ ਭਗਤ ਦੇ ਲਈ ਪਾਣੀ ਵਾਂਗ ਹੁੰਦੀ ਹੈ। ਭਾਵ ਕਿ ਉਹਦੇ ਲਈ ਕੋਈ ਵੀ ਕਿਸੇ ਸਮਾਨ ਹੋ ਜਾਏ। ਇਸ ਕਰਕੇ ਜਿਹੜਾ ਇੱਕ ਨਾ ਇੰਗਲੈਂਡ ਦਾ ਵਿਦਵਾਨ ਹੋਇਆ ਬਰਟੈਂਡ ਰਸਲ, ਉਹਨੇ ਦਾ ਹਿਸਟਰੀ ਆਫ ਇੰਗਲਿਸ਼ ਲਿਟਰੇਚਰ ਵੈਸਟਰਨ ਫਿਲਾਸਫੀ ਦੇ ਉੱਪਰ ਉਹਦੀ ਹਿਸਟਰੀ ਲਿਖੀ ਹੋਈ। ਉਹਨੇ ਇੱਕ ਕਮਾਲ ਦੀ ਗੱਲ ਕਹੀ ਹੈ ਸਿੱਖ ਪੰਥ ਦੇ ਸੰਦਰਭ ਦੇ ਵਿੱਚ। ਉਹ ਕਹਿੰਦਾ ਕਿ ਦੁਨੀਆ ਨੂੰ ਅਧਿਆਤਮਿਕਤਾ ਤਾਂ ਸਿਖਾਉਣੀ ਪਏਗੀ, ਕਿਉਂਕਿ ਦੁਨੀਆ ਜਿਸ ਅਜਾਮਾਂ ਵੱਲ ਵੱਧ ਰਹੀ ਹੈ, ਸ਼ਾਇਦ ਆਪ ਜੀ ਨੂੰ ਇਲਮ ਹੋਵੇ ਕਿ ਵਰਲਡ ਦੇ ਵਿੱਚ ਇਸ ਵਕਤ ਜਿਹੜੇ ਸਿਆਣੇ ਲੋਕ ਨੇ, ਉਹਨਾਂ ਦੀ ਟੈਨਸ਼ਨ ਇਹ ਚੱਲ ਰਹੀ ਹੈ ਕਿ 2030 ਤੋਂ ਪਹਿਲਾਂ ਤੀਜੀ ਵਰਲਡ ਵਾਰ ਕਿਵੇਂ ਰੋਕ ਲਈਏ। ਆਹ ਜਿਹੜਾ ਸਾਡਾ ਪੂਰਾ ਵਰਲਡ ਹੈ ਇਸ ਵਕਤ ਤੀਜੀ ਵਰਲਡ ਵਾਰ ਵਾਲੇ ਪਾਸੇ ਵੱਧ ਰਿਹਾ ਹੈ। ਉਹਦੇ ਵਿੱਚ ਤੁਹਾਨੂੰ ਆ ਨਿੱਕੇ ਨਿੱਕੇ ਖਤਰਿਆਂ ਦਾ ਪਤਾ ਲੱਗਦਾ ਰਹਿੰਦਾ ਹੋਏਗਾ, ਕਿਉਂਕਿ ਪੂਰੇ ਵਰਲਡ ਦੀ ਜੇ ਕੋਈ ਅਖਬਾਰ ਪੜ੍ਹਨੀ ਹੈ ਤਾਂ ਬੰਦਾ ਕੋਈ ਵੱਡੀ ਲੰਡਨ ਟਾਈਮ 'ਚ ਪੜ੍ਹੇ, ਡੇਲੀ ਟੈਲੀਗ੍ਰਾਫ ਪੜ੍ਹੇ। ਆਹ ਨਿੱਕੀਆਂ ਪੰਜਾਬ ਦੀਆਂ ਛੋਟੀਆਂ ਮੋਟੀਆਂ ਦਾ ਕੀ ਪੜ੍ਹਨਾ। ਜਿਹੜੇ ਸਿਆਣੇ ਲੋਕ ਨੇ ਉਹਨਾਂ ਦੀ ਅੱਜ ਸਮੱਸਿਆ ਬਣੀ ਪਈ ਹੈ ਕਿ 2030-35 ਤੱਕ ਤੀਜੀ ਵਰਲਡ ਵਾਰ ਇੱਥੇ ਨਾ ਵਾਪਰੇ। ਇਹਦੇ ਲਈ ਕੀ ਕੀਤਾ ਜਾਵੇ। ਅਤੇ ਇਹਦੇ ਲਈ ਉਹ ਸਭ ਤੋਂ ਵੱਡਾ ਸੋਚ ਰਹੇ ਹਨ ਕਿ ਸਭ ਤੋਂ ਵੱਡਾ ਕ੍ਰਾਈਸਿਸ ਧਰਮਾਂ ਦਾ ਬਣ ਗਿਆ ਹੈ। ਰੋਹਿੰਗੀਆ ਵਾਲੇ ਬੋਧੀ ਮੁਸਲਮਾਨਾਂ ਨੂੰ ਮਾਰ ਰਹੇ ਨੇ,
ਅਫਗਾਨਿਸਤਾਨ ਵਾਲੇ ਜਿਹੜੇ ਮੁਸਲਮਾਨ ਨੇ ਉਹ ਸਿੱਖਾਂ ਨੂੰ ਮਾਰ ਰਹੇ ਨੇ, ਹਿੰਦੁਸਤਾਨ ਦਾ ਹਿੰਦੂ ਮੁਸਲਮਾਨ ਨੂੰ ਮਾਰ ਰਿਹਾ। ਹਰੇਕ ਧਰਮ ਦਾ ਹੀ ਆਪਣਾ ਆਪਣਾ ਟਕਰਾਅ ਬਣਿਆ ਪਿਆ। ਇੰਗਲੈਂਡ ਵਿੱਚ ਵੀ ਸਿੱਖ ਮੁਸਲਮਾਨਾਂ ਵੱਲੋਂ ਸਿੱਖ ਮਾਰੇ ਜਾ ਰਹੇ ਨੇ, ਉਹ ਕਿਸੇ ਹੋਰ ਤਰੀਕੇ ਨਾਲ ਮਾਰੇ ਜਾ ਰਹੇ ਨੇ ਕਿ ਜਿਹੜੇ ਇੰਨੇ ਕ੍ਰਾਈਸਿਸ ਬਣ ਗਏ ਨੇ। ਫਿਰ ਉਹਦੇ ਵਿੱਚ ਇਕਨੋਮਿਕਲ ਜਿਹੜੀਆਂ ਪੋਜੀਸ਼ਨਾਂ, ਹੋਰ ਬੜਾ ਕੁਝ, ਅਤੇ ਕਿਤੇ ਇਹ ਨਾ ਹੋਵੇ ਕਿ ਤੀਜੀ ਵਰਲਡ ਵਾਰ ਦੇ ਵਿੱਚ ਦੁਨੀਆ ਤਬਾਹ ਹੋ ਕੇ ਰਹਿ ਜੇ। ਇਸ ਕਰਕੇ ਇਹਨੂੰ ਬਚਾਉਣਾ ਜ਼ਰੂਰੀ ਹੈ। ਅਤੇ ਬਰਟਰੈਂਡ ਰਸਲ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਅਧਿਆਤਮਿਕਤਾ ਸਾਨੂੰ ਸਿੱਖ ਪੰਥ ਨੇ ਦਿੱਤੀ ਹੋਈ ਹੈ, ਜੇ ਇਹਨੂੰ ਵਰਲਡ ਅਪਣਾਏਗਾ ਤਾਂ ਫਿਰ ਇਹਦੇ ਬਚਣ ਦੀ ਸੰਭਾਵਨਾ ਹੈ। ਕਿਉਂਕਿ ਇਹਦੇ ਵਿੱਚ ਬਾਬਾ ਫਰੀਦ ਸਾਹਿਬ ਜੀ ਵੀ ਬੈਠੇ ਨੇ ਅਤੇ ਭਗਤ ਜੈਦੇਵ ਜੀ ਵੀ ਬੈਠੇ ਨੇ। ਮਤਲਬ ਇਹਦੇ ਵਿੱਚ ਜਿਹੜੇ ਦੋ ਚੀਜ਼ਾਂ ਰਲ ਹੀ ਨਹੀਂ ਸਕਦੀਆਂ, ਉਹ ਗੁਰੂ ਨਾਨਕ ਸਾਹਿਬ ਜੀ ਨੇ ਇਕੱਠੀਆਂ ਬਿਠਾਈਆਂ ਹੋਈਆਂ ਨੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ। ਉਹ ਭਗਤਾਂ ਲਈ ਪਾਣੀ ਸਮਾਨ ਹੁੰਦਾ। ਭਾਵ ਕਿ ਜਿਹੜੀ ਮਾਇਆ ਦੀ ਅਗਨ ਜਗਤ ਨੂੰ ਸਾੜਦੀ ਫਿਰਦੀ ਹੈ, ਵਕਾਰਾਂ ਕਰਕੇ, ਦਵੈਸ਼ ਕਰਕੇ, ਵਖਰੇਵੇਂ ਦੀ ਵੰਡ ਕਰਕੇ, ਉਹ ਭਗਤਾਂ ਲਈ ਇੱਕ ਸਮਾਨ ਪਾਣੀ ਦੇ ਵਿੱਚ ਹੁੰਦੀ ਹੈ। ਇਸ ਕਰਕੇ ਤਾਂ ਕਰਕੇ ਭਗਤ ਕਬੀਰ ਸਾਹਿਬ ਜੀ, ਕਿਉਂਕਿ ਅੱਜ ਜਿਹੜਾ ਸਭ ਤੋਂ ਵੱਡਾ ਜ਼ਰੂਰੀ ਨੁਕਤਾ ਹੈ ਕਿ ਗੁਰਬਾਣੀ ਦੀ ਵਿਸ਼ਵ ਵਿਆਪੀ ਵਿਆਖਿਆ ਹੋਣੀ ਚਾਹੀਦੀ ਹੈ। ਅਸੀਂ ਇਕੱਲਾ ਪੰਜਾਬ ਨੂੰ ਥੋੜ੍ਹਾ ਨਿਹਾਲ ਕਰਨਾ ਗੁਰਬਾਣੀ ਨਾਲ, ਸ਼ਾਇਦ ਭਾਰਤ ਨੂੰ ਵੀ ਨਹੀਂ ਕਰਨਾ, ਅਸੀਂ ਤਾਂ ਪੂਰੇ ਵਿਸ਼ਵ ਨੂੰ ਕਰਨਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਨ ਜਵਾਲਾ ਜਗ ਜਾਰਿਆ, ਜਿਸ ਮਾਇਆ ਦੀ ਅਗਨ ਨੇ ਸਾਰੇ ਜਗਤ ਨੂੰ ਸਾੜਿਆ, ਸੋ ਜਨ ਕੇ ਉਦਕ ਸਮਾਨੇ ਦਾ ਇੱਕ ਹੋਰ ਭਾਵ ਆਪਦੇ ਸਨਮੁਖ ਰੱਖਦੇ ਹਾਂ। ਇਸ ਕਰਕੇ ਜਿਹੜਾ ਅਸੀਂ ਅਕਸਰ ਕਹਿੰਦੇ ਨਾ, ਸਿੱਖੀ ਸਿੱਖਿਆ ਗੁਰ ਵਿਚਾਰ, ਤਾਂ ਉਹਦਾ ਭਾਵ ਇਹੀ ਹੈ ਕਿ ਜੋ ਅਸੀਂ ਪੜ੍ਹਦੇ, ਸੁਣਦੇ, ਸਮਝਦੇ ਹਾਂ, ਆਪਣੇ ਜੀਵਨ ਨੂੰ ਉਹਦੇ ਨਾਲ ਇਕਸੁਰ ਕਰੀਏ। ਜਦੋਂ ਉਹਦੇ ਨਾਲ ਇਕਸੁਰ ਕਰਾਂਗੇ ਤਾਂ ਫਿਰ ਸਾਡੇ ਜੀਵਨ ਦੇ ਮਸਲੇ ਹੱਲ ਹੋਣਗੇ। ਨਹੀਂ ਤਾਂ ਧਰਮਾਂ ਤੋਂ ਖੌਫ ਆਉਣ ਲੱਗ ਪਿਆ। ਇੱਕ ਲੂਈਜ਼ ਫੈਨਿਕ ਅੰਗਰੇਜ਼ਾਂ ਦੀ ਇੱਕ ਵਿਦਵਾਨ ਹੋਇਆ, ਉਹਨੇ ਅੱਜ ਇਸ ਗੱਲ 'ਤੇ ਉੱਪਰ ਆਪਣੀ ਇੱਕ ਪੁਸਤਕ ਲਿਖੀ ਹੈ ਕਿ ਰਿਲੀਜੀਅਸ ਫੋਬੀਆ ਕੀ ਹੁੰਦਾ ਹੈ। ਕਿ ਉਦਾਹਰਨ ਦੇ ਤੌਰ 'ਤੇ ਅੱਜ ਸਿੱਖ ਕਿਸੇ ਦੂਜੇ ਨੂੰ ਕਿਸੇ ਵੇਸ ਵਿੱਚ ਦੇਖ ਲਏ, ਉਹਨੂੰ ਉਹਦੇ ਤੋਂ ਹੀ ਡਰ ਆਉਣ ਲੱਗ ਪੈਂਦਾ, ਉਹਦੇ ਤੋਂ ਦੂਰੀ ਬਣਾਉਣੀ ਸ਼ੁਰੂ ਹੋ ਜਾਂਦਾ। ਮੈਂ ਕਿਸੇ ਦਫਾ ਕਿਸੇ ਕੋਲੋਂ ਗੱਲ ਸੁਣੀ, ਉਹ ਹਰਿਮੰਦਰ ਸਾਹਿਬ ਕਿਸੇ ਦਫਾ ਨਾ ਗੇਰੂਏ ਬਸਤਰ 'ਚ ਸਾਧੂ ਬੈਠ ਜਾਂਦੇ ਨੇ ਮਗਰ ਆ ਕੇ ਕੀਰਤਨ ਦੇ। ਉਹਦੀ ਛੋਟੀ ਸੁਰਤ ਦੇਖੋ ਉਸ ਬੰਦੇ ਦੀ। ਉਹਨੇ ਮੇਰੇ ਨਾਲ ਗੱਲ ਬੜੀ ਆਪਣੇ ਸਿਆਣੇ ਬਣ ਕੇ ਸਾਂਝੀ ਕੀਤੀ ਜੀ, ਮੈਂ ਬਹੁਤ ਸਿਆਣਾ। ਜਿਵੇਂ ਮੈਨੂੰ ਕਹਿਣ ਲੱਗਾ ਜੀ, ਦਰਬਾਰ ਸਾਹਿਬ ਜਿਹੜਾ ਅਸੀਂ ਆਮ ਕਹਿੰਦੇ ਉਹਦਾ ਕਹਿੰਦਾ ਕਬਜ਼ਾ ਹੋ ਗਿਆ। ਮੈਂ ਕਿਹਾ ਜੀ ਕਿਸ ਤਰ੍ਹਾਂ? ਕਹਿੰਦਾ ਜੀ ਆਹ ਵੇਖੋ ਗੇਰੂਏ ਬਸਤਰ ਵਾਲੇ ਸਾਧੂ ਬਿਠਾ ਦਿੱਤੇ ਨੇ। ਅਤੇ ਮੈਂ ਕਿਹਾ ਫਿਰ ਗੇਰੂਏ ਬਸਤਰ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਵੇਲੇ ਧਾਰਨ ਕੀਤੇ ਸਨ, ਫਿਰ ਇਹ ਦੱਸ ਗੁਰੂ ਨਾਨਕ ਸਾਹਿਬ ਕਿਹਦੇ ਕਬਜ਼ੇ 'ਚ ਸਨ? ਛੋਟੀ ਸੁਰਤ ਜਦੋਂ ਗੁਰੂ ਘਰ ਆਉਂਦੀ ਹੈ, ਸਭ ਤਰ੍ਹਾਂ ਦੀ ਵੰਡੀ ਪਾਉਂਦੀ ਹੈ। ਇਹ ਗੁਰੂ ਘਰ 'ਚ ਵੀ ਪਾਉਂਦੀ ਹੈ। ਅੱਜ ਤੁਸੀਂ ਕਦੇ ਦੇਖੋ ਪੰਜਾਬ 'ਚ ਕਈ ਐਸੇ ਵਰਤਾਰੇ ਚੱਲ ਰਹੇ ਨੇ, ਉਹ ਭਗਤਾਂ ਦੇ ਨਾਂ 'ਤੇ ਵੰਡੀ ਪਾਈ ਜਾ ਰਹੀ ਹੈ। ਉਹਦੇ ਵਿੱਚ ਸਾਡਾ ਵੀ ਰੋਲ ਹੈ, ਉਹਨਾਂ ਦਾ ਵੀ ਰੋਲ ਹੈ, ਇਕੱਠਾ ਹੀ ਰੋਲ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਨ ਜਵਾਲਾ ਜਗ ਜਾਰਿਆ ਸੋ ਜਨ ਕੇ ਉਦਕ ਸਮਾਨ। ਕਿ ਜਿਹੜੀ ਜਗਤ ਜਿਹੜੀ ਮਾਲਕ ਦੀ ਪ੍ਰਤੀਤ ਤੋਂ ਇੱਕੋ ਤੋਂ ਪਰੇ ਹੋਣ ਦੀ ਹੀਣਤਾ, ਉਹਨੇ ਸਾਰੇ ਜਗਤ ਨੂੰ ਗ੍ਰਸਤ ਕੀਤਾ ਹੋਇਆ, ਪਰ ਉਹ ਭਗਤ ਨੂੰ ਨਹੀਂ ਪੋ ਸਕਦੀ। ਕਿਉਂਕਿ ਉਹਦਾ ਜਿਹੜਾ ਆਧਾਰ ਹੈ ਉਹ ਬ੍ਰਹਮ ਗਿਆਨ ਦੇ ਵਿੱਚ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਬਾਰੇ ਕਿਹਾ ਜਾਂਦਾ ਹੈ, ਨਾਨਕ ਸ਼ਾਹ ਫਕੀਰ ਹਿੰਦ ਕਾ ਗੁਰੂ ਮੁਸਲਮਾਨ ਕਾ ਪੀਰ। ਜੇ ਗੁਰੂ ਨਾਨਕ ਸਾਹਿਬ ਜੀ ਨੂੰ ਮੁਸਲਮਾਨਾਂ ਨੇ ਪੀਰ ਕਿਹਾ ਤਾਂ ਗੁਰੂ ਨਾਨਕ ਸਾਹਿਬ ਨੂੰ ਕੋਈ ਇਤਰਾਜ਼ ਨਹੀਂ ਹੈ। ਉਹਨਾਂ ਨੂੰ ਪਤਾ ਹੈ ਕਿ ਮਾਲਕ ਦੀ ਸੱਚੀ ਮੁਹੱਬਤ ਦਾ ਧਰਮ ਜਿਹੜਾ ਉਹ ਧਰਤੀ 'ਤੇ ਕਾਇਮ ਹੈ, ਅਤੇ ਇਹੀ ਕਾਇਮ ਕਰਨਾ ਅਧਿਆਤਮਿਕਤਾ ਦਾ ਮੁੱਖ ਮਕਸਦ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਸਾਨੂੰ ਨਿਵਾਜਿਸ਼ ਕਰਦੇ ਹਨ ਕਿ ਮਨ ਸੀਤਲ ਪਿਆ। ਇਸ ਕਰਕੇ ਰੋਜ਼ਾਨਾ ਸਤ ਸੰਗਤ ਵਿੱਚ ਜੁੜੋ, ਸ਼ਬਦ ਦਾ ਗਹਿਰਾ ਗਿਆਨ ਲਵੋ। ਸ਼ਬਦ ਦੇ ਗਹਿਰੇ ਗਿਆਨ ਦੇ ਨਾਲ ਆਪਣੇ ਮਨ ਦੀ ਸਾਧਨਾ ਕਰਨੀ ਆਉਂਦੀ ਹੈ। ਬੰਦੇ ਦੇ ਦਵੈਤ ਮਿਟਦੇ ਨੇ। ਜਦੋਂ ਦਵੈਤ ਮਿਟਦਾ ਹੈ, ਸਾਰਿਆਂ ਅੰਦਰ ਮਾਲਕ ਦੀ ਨੂਰ ਦਾ ਪ੍ਰਕਾਸ਼ ਨਜ਼ਰ ਆਉਂਦਾ ਹੈ, ਅਤੇ ਜਦੋਂ ਉਹਦਾ ਪ੍ਰਕਾਸ਼ ਨਜ਼ਰ ਆਉਂਦਾ ਹੈ, ਫਿਰ ਮਨੁੱਖ ਧਰਤੀ ਦੇ ਹਰ ਕਿਣਕੇ ਦਾ ਅਦਬ ਕਰਦਾ ਹੈ, ਅਤੇ ਧਰਤੀ 'ਤੇ ਇੱਕ ਉੱਚਾ ਸੁੱਚਾ ਜੀਵਨ ਪੈਦਾ ਹੁੰਦਾ। ਭਗਤ ਕਬੀਰ ਸਾਹਿਬ ਜੀ ਕਿਰਪਾ ਕਰਨ, ਸ਼ਲੋਕ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ। ਆਪ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।